ਪੰਜਾਬੀ ਸਾਂਝ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਦੇ ਇਸ ਸੱਤ ਰੰਗ ਪ੍ਰੋਗਰਾਮ ਦੇ ਵਿੱਚ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਰੂਬਰੂ ਕਰਵਾਉਣ ਜਾ ਰਹੇ ਹਾਂ ਉਸ ਸ਼ਖਸੀਅਤ ਨੂੰ ਜਿਸਨੇ ਪ੍ਰਦੇਸ਼, ਅਸੀਂ ਕਹਿ ਸਕਦੇ ਹਾਂ ਕਿ ਪ੍ਰਦੇਸ਼ ਔਰ ਦੇਸ਼ ਦੇ ਵਿੱਚ ਰਹਿੰਦੇ ਹੋਏ ਪਰ ਪੰਜਾਬੀ ਨਾਲ ਮੋਹ ਉਹਨਾਂ ਨੇ ਹਮੇਸ਼ਾ ਹੀ ਬਣਾਈ ਰੱਖਿਆ। ਐਜ਼ ਏ ਪੰਜਾਬੀ ਲੈਕਚਰਰ ਦਿੱਲੀ ਦੇ ਵਿੱਚ ਇਹ ਜੌਬ ਕਰਦੇ ਨੇ ਤੇ ਹਮੇਸ਼ਾ ਹੀ ਪੰਜਾਬੀਅਤ ਦੇ ਲਈ ਜਿੰਨਾ ਵੀ ਇਹਨਾਂ ਤੋਂ ਹੋ ਸਕਦਾ ਹੈ ਉਸ ਲਈ ਕੰਮ ਕਰਦੇ ਹਨ। ਤੇ ਹਮੇਸ਼ਾ ਹੀ ਇਹਨਾਂ ਨੇ ਪੰਜਾਬੀ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਇਹਨਾਂ ਦੀ ਕਹਾਣੀਆਂ ਦੀ ਕਿਤਾਬ ਆਈ ਆ। ਉਸ ਤੋਂ ਇਲਾਵਾ ਕਾਫੀ ਜਿਹੜੇ ਸਾਂਝੇ ਕਹਾਣੀ ਸੰਗ੍ਰਹਿ ਹੈ ਜਾਂ ਕਵਿਤਾ ਸੰਗ੍ਰਹਿ ਹੈ ਉਹਨਾਂ ਦੇ ਵਿੱਚ ਵੀ ਇਹਨਾਂ ਨੇ ਸ਼ਮੂਲੀਅਤ ਕੀਤੀ ਹੈਗੀ ਆ। ਉਸ ਤੋਂ ਇਲਾਵਾ ਵੱਖ-ਵੱਖ ਪੰਜਾਬੀ ਦੀਆਂ ਅਖਬਾਰਾਂ ਦੇ ਵਿੱਚ ਵੀ ਛਪਦੇ ਰਹੇ ਹਨ। ਮੇਰੀ ਮੁਰਾਦ ਹੈ ਉਸ ਕਵਿੱਤਰੀ ਨੂੰ ਜਿਨ੍ਹਾਂ ਦਾ ਨਾਮ ਹੈਗਾ ਸਰਨਜੀਤ ਕੌਰ ਅਨਹਦ। ਉਹਨਾਂ ਦਾ ਪੰਜਾਬੀ ਸਾਂਝ ਦੇ ਉੱਤੇ ਬਹੁਤ-ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ, ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਮੈਨੂੰ ਇਸ ਪ੍ਰੋਗਰਾਮ ਦੀ ਸੱਦਾ ਦੇਣ ਲਈ ਆਪ ਜੀ ਦਾ ਬਹੁਤ-ਬਹੁਤ ਸ਼ੁਕਰੀਆ ਕਿ ਆਪ ਜੀ ਨੇ ਮੈਨੂੰ ਆਪਣੇ ਪਾਠਕਾਂ ਦੇ ਦਰਸ਼ਕਾਂ ਦੇ ਰੂਬਰੂ ਕਰਾਇਆ। ਆਪ ਜੀ ਦੀ ਬਹੁਤ ਸ਼ੁਕਰਗੁਜ਼ਾਰ ਹਾਂ। ਆਪਣੇ ਤੁਸੀਂ ਬਾਰੇ ਥੋੜਾ ਜਿਹਾ ਦੱਸੋ, ਕਿੱਥੋਂ ਤੁਸੀਂ? ਮੈਂ ਜੰਮਪਲ ਦਿੱਲੀ ਦੀ ਹੀ ਹੈਗੀ ਹਾਂ। ਮਿਡਲ ਕਲਾਸ ਫੈਮਿਲੀ ਵਿੱਚ ਮੇਰਾ ਜਨਮ ਹੋਇਆ। ਉਸ ਤੋਂ ਬਾਅਦ ਘਰ ਦਾ ਮਾਹੌਲ ਜਿਹੜਾ ਸੀਗਾ ਮੇਰਾ ਉਹ ਬਹੁਤ ਗੁਰਸਿੱਖਿਆ ਵਾਲਾ ਸੀਗਾ ਅਤੇ ਬਚਪਨ ਵਿੱਚ ਹੀ ਕੀਰਤਨ ਕਰਨਾ, ਕੀਰਤਨ ਸੁਣਨਾ, ਸਾਖੀਆਂ ਸੁਣਨੀਆਂ, ਦਾਦਾ ਦਾਦੀ ਤੋਂ ਕਹਾਣੀਆਂ ਕਥਾਵਾਂ ਸੁਣਨੀਆਂ, ਇਹ ਚੀਜ਼ਾਂ ਨੇ ਮੈਨੂੰ ਆਪਣੇ ਵੱਲ ਖਿੱਚਿਆ, ਆਪਣੇ ਵੱਲ ਪ੍ਰੇਰਿਤ ਕੀਤਾ। ਅਤੇ ਮੈਨੂੰ ਲੱਗਦਾ ਮੇਰਾ ਜਿਹੜਾ ਮਾਹੌਲ ਸੀ, ਮੇਰਾ ਜਿਹੜਾ ਚੌਗਿਰਦਾ ਸੀ ਉਹ ਬਹੁਤ ਸਾਫ਼ ਸੁਥਰਾ ਔਰ ਬਹੁਤ ਰੂਹਾਨੀਅਤ ਨਾਲ ਭਰਪੂਰ ਸੀ। ਠੀਕ ਹੈ ਨਾ। ਪਰ ਇਸ ਗੱਲ ਦੇ ਵਿੱਚੋਂ ਇੱਕ ਹੈ ਕਿ ਤੁਸੀਂ ਜਿਵੇਂ ਦਿੱਲੀ ਵਿੱਚ ਰਹਿੰਦੇ ਹੋ, ਦਿੱਲੀ ਦੀ ਭਾਸ਼ਾ ਜਿਹੜੀ ਹੈ ਹਿੰਦੀ ਭਾਸ਼ਾ ਜ਼ਿਆਦਾਤਰ ਲੋਕ ਬੋਲਦੇ ਹਨ ਤੇ ਪਰ ਤੁਸੀਂ ਇੱਕ ਪੰਜਾਬੀ ਪਰਿਵਾਰ ਨਾਲ ਸੰਬੰਧ ਰੱਖਦੇ ਹੋ। ਹਿੰਦੀ ਔਰ ਪੰਜਾਬੀ ਦੇ ਵਿੱਚ ਕੀ ਤੁਹਾਨੂੰ ਕਦੀ ਕੋਈ ਪ੍ਰੋਬਲਮ ਆਈ ਬੋਲਣ ਵਿੱਚ ਜਾਂ ਉੱਥੋਂ ਦੇ ਲੋਕਾਂ ਨਾਲ ਕੋਈ ਏਦਾਂ ਦਾ ਕੋਈ ਆਪਣਾ? ਬਹੁਤ ਜ਼ਿਆਦਾ ਸ਼ੁਰੂ ਵਿੱਚ ਤਾਂ ਬਹੁਤ ਪ੍ਰੋਬਲਮ ਆਈ ਕਿ ਮੇਰੇ ਘਰ ਦੇ ਵੀ ਸਾਰੇ ਪੰਜਾਬੀ ਬੋਲਦੇ ਸੀ, ਮੇਰੇ ਦਾਦਾ ਦਾਦੀ, ਮਦਰ ਫਾਦਰ ਵਗੈਰਾ। ਅਤੇ ਜਦੋਂ ਮੈਂ ਸਕੂਲ ਐਡਮਿਸ਼ਨ ਲਿਆ, ਜਦੋਂ ਮੇਰਾ ਐਡਮਿਸ਼ਨ ਪਬਲਿਕ ਸਕੂਲ 'ਚ ਹੋਇਆ ਅਤੇ ਉੱਥੇ ਸਾਰੇ ਹਿੰਦੀ ਜਾਂ ਇੰਗਲਿਸ਼ ਬੋਲਦੇ ਸੀ। ਉੱਥੇ ਮੇਰੀ ਪੰਜਾਬੀ ਮੈਂ ਬੋਲਦੀ ਸੀ, ਕਿਸੇ ਨੂੰ ਸਮਝ ਹੀ ਨਹੀਂ ਆਉਂਦੀ ਸੀ ਅਤੇ ਮੈਨੂੰ ਬੜਾ ਔਕਵਰਡ ਜਿਹਾ ਲੱਗਦਾ ਸੀ। ਔਰ ਇਹ ਕਾਫੀ ਲੰਬਾ ਟਾਈਮ ਰਿਹਾ। 4th 5th ਤੱਕ ਮੈਂ ਇਹ ਚੀਜ਼ ਫੇਸ ਕੀਤੀ ਕਿ ਮੈਂ ਆਪਣੀ ਫਰੈਂਡਸ ਨਾਲ ਜਦੋਂ ਗੱਲ ਕਰ ਰਹੀ ਹੁੰਦੀ ਸੀ, ਉਹ ਹਿੰਦੀ 'ਚ ਗੱਲ ਕਰਦੀਆਂ ਸੀ, ਮੈਂ ਪੰਜਾਬੀ ਜਵਾਬ ਦਿੰਦੀਆਂ ਸੀ ਅਤੇ ਉਹਨਾਂ ਨੂੰ ਲੱਗਦਾ ਸੀ ਪਤਾ ਨਹੀਂ ਕੀ ਬੋਲ ਰਹੀ ਹੈ। ਅਤੇ ਉਹ ਥੋੜ੍ਹਾ ਜਿਹਾ ਟਾਈਮ ਪੀਰੀਅਡ ਸੀ। ਉਸ ਤੋਂ ਬਾਅਦ ਫਿਰ ਸਭ ਕੁਛ ਐਡਜਸਟ ਹੋ ਗਿਆ। ਹੁਣ ਉਹ ਮੈਨੂੰ ਦੇਖ ਕੇ ਜੇ ਮੈਂ ਹਿੰਦੀ ਬੋਲਾਂ ਨਾ, ਅੱਜ ਦਾ ਟਾਈਮ ਉਹ ਹੈ ਕਿ ਮੇਰੇ ਫਰੈਂਡਸ ਪੰਜਾਬੀ 'ਚ ਆ ਜਾਂਦੇ ਕਹਿੰਦਾ ਨਹੀਂ ਤੂੰ ਪੰਜਾਬੀ 'ਚ ਆ ਜਾ, ਤੂੰ ਹਿੰਦੀ ਨਹੀਂ ਤੈਨੂੰ ਸੂਟ ਕਰਦੀ। ਠੀਕ। ਜਿਸ ਤਰ੍ਹਾਂ ਤੁਸੀਂ ਕਾਲਜ ਵਿੱਚ ਐਜ਼ ਏ ਲੈਕਚਰਰ ਹੋ ਪੰਜਾਬੀ ਦੇ, ਉੱਥੇ ਤੁਸੀਂ ਕਿਹੜੀ ਭਾਸ਼ਾ ਯੂਜ਼ ਕਰਦੇ, ਹਿੰਦੀ ਜਾਂ ਪੰਜਾਬੀ? ਐਕਚੁਅਲੀ ਮੈਂ ਪੰਜਾਬੀ ਲੈਕਚਰਰ ਹੈਗੀ ਹਾਂ, PGT ਪੰਜਾਬੀ ਹੈਗੀ ਹਾਂ ਅਤੇ ਮੇਰਾ ਰਾਬਤਾ ਜਿਹੜਾ ਬੱਚਿਆਂ ਦੇ ਉਹਨਾਂ ਬੱਚਿਆਂ ਨਾਲ ਪੈਂਦਾ ਜਿਨ੍ਹਾਂ ਦਾ ਬੈਕਗਰਾਊਂਡ ਪੰਜਾਬੀ ਹੈ ਹੀ ਨਹੀਂ। ਮੇਰਾ ਗੌਰਮੈਂਟ ਸਕੂਲ ਹੋਣ ਕਰਕੇ ਸਾਰੇ ਜਿਹੜੇ ਬੱਚੇ ਆਉਂਦੇ ਆ ਉਹ ਮਿਡਲ ਕਲਾਸ ਫੈਮਿਲੀ, ਲੋਅਰ ਮਿਡਲ ਕਲਾਸ ਫੈਮਿਲੀਜ਼ ਤੋਂ ਆਉਂਦੇ ਆ ਔਰ ਉਹ ਜ਼ਿਆਦਾਤਰ ਨੌਨ ਸਿੱਖ ਹੁੰਦੇ ਆ। ਤੁਸੀਂ ਹੈਰਾਨ ਹੋਵੋਗੇ ਕਿ ਕਈ ਬੱਚੇ ਐਸੇ ਜਿਨ੍ਹਾਂ ਨੂੰ ਪੰਜਾਬੀ ਬੋਲਣੀ ਆਉਂਦੀ ਵੀ ਨਹੀਂ ਹੈ, ਬਟ ਉਹਨਾਂ ਦਾ ਪੰਜਾਬੀ ਨਾਲ ਮੋਹ ਇੰਨਾ ਜ਼ਿਆਦਾ ਹੈ ਕਿ ਮੇਰੇ ਦੇਖਦੇ ਕੁਝ ਮਹੀਨਿਆਂ, ਕੁਝ ਹਫ਼ਤਿਆਂ ਦੇ ਵਿੱਚ ਉਹ ਇੰਨੀ ਸੋਹਣੀ ਪੰਜਾਬੀ ਲਿਖਣੀ ਸ਼ੁਰੂ ਕਰ ਦਿੰਦੇ ਆ, ਇੰਨੀ ਸੋਹਣੀ ਪੰਜਾਬੀ ਬੋਲਣੀ ਸ਼ੁਰੂ ਕਰ ਦਿੰਦੇ ਆ। ਫਿਰ ਕਈ ਵਾਰੀ ਆਪਣੇ ਤੇ ਕੰਪਲੈਕਸ ਆ ਜਾਂਦਾ ਵੀ ਸਾਡੇ ਸਿੱਖਾਂ ਦੇ ਬੱਚੇ ਇੰਨਾ ਅੱਛਾ ਪਰਫਾਰਮ ਨਹੀਂ ਕਰ ਰਹੇ ਔਰ ਸਾਡੇ ਨੌਨ ਸਿੱਖ ਬੱਚੇ ਕਿੰਨਾ ਸੋਹਣਾ ਪਰਫਾਰਮ ਕਰ ਰਹੇ ਆ, ਜਿਨ੍ਹਾਂ ਦਾ ਬਿਲਕੁਲ ਕੋਈ ਪੰਜਾਬੀ ਦਾ ਬੈਕਗਰਾਊਂਡ ਹੈ ਹੀ ਨਹੀਂ ਹੈ। ਤੇ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ 10th ਦਾ ਪੇਪਰ ਸੀਗਾ, ਇੱਕ ਬੱਚਾ ਮੇਰੇ ਕੋਲ ਆਇਆ, ਮੈਮ ਮੈਨੂੰ ਪੰਜਾਬੀ ਨਹੀਂ ਆਉਂਦੀ। ਜਦੋਂ ਮੈਂ ਉਹਨੂੰ 1-2 ਕਲਾਸਿਸ ਉਹਦੀਆਂ ਲਈਆਂ, ਉਹ ਇੰਨਾ ਇੰਸਪਾਇਰ ਹੋਇਆ, ਪਤਾ ਨਹੀਂ ਕਿੱਥੋਂ ਉਹਨੇ YouTube ਤੋਂ ਇੱਧਰੋਂ ਉੱਧਰੋਂ ਕਿਤਾਬਾਂ ਪੜ੍ਹਨੀਆਂ ਸ਼ੁਰੂ ਕੀਤੀਆਂ। ਆਫਟਰ 12th ਜਦੋਂ ਉਹਦਾ ਰਿਜ਼ਲਟ ਆਇਆ, 12th ਤੋਂ ਪਾਸ ਆਊਟ ਹੋ ਕੇ ਗਿਆ 94 ਮਾਰਕਸ। ਮੈਂ ਹੈਰਾਨ ਕਿ 10ਵੀਂ ਤੱਕ 2 ਸਾਲ ਪਹਿਲੇ ਤੱਕ ਜਿਹੜਾ ਬੱਚਾ ਊੜਾ ਐੜਾ ਨਹੀਂ ਜਾਣਦਾ ਸੀ, 12th ਵਿੱਚ ਉਹ 94% ਲੈ ਕੇ ਗਿਆ। ਤੇ ਮੈਨੂੰ ਲੱਗਦਾ ਹੈ ਕਿ ਸਾਨੂੰ ਨਾ ਥੋੜਾ ਆਪਣਾ ਦਾਇਰਾ ਵਧਾਉਣਾ ਚਾਹੀਦਾ। ਬਾਹਰ ਬਹੁਤ ਦੂਸਰੀ ਕਮਿਊਨਿਟੀਜ਼ ਐਸੀ ਹੈਗੀਆਂ ਜਿਹੜੀ ਪੰਜਾਬੀ 'ਚ ਇੰਟਰਸਟ ਰੱਖਦੀਆਂ। ਜਿਸ ਤਰ੍ਹਾਂ ਤੁਸੀਂ ਬੱਚੇ ਦੀ ਗੱਲ ਕੀਤੀ, ਹੋ ਸਕਦਾ ਇਹਦੇ ਵਿੱਚ ਇਹ ਵੀ ਫੈਕਟ ਕੰਮ ਕਰਦਾ ਹੈਗਾ ਕਿ ਤੁਸੀਂ ਐਜ਼ ਏ ਟੀਚਰ ਉਹਨਾਂ ਨੂੰ ਅੱਛਾ ਗਾਈਡ ਕੀਤਾ ਤੇ ਉਹਨਾਂ ਨੇ ਉਸ ਚੀਜ਼ ਨੂੰ ਗ੍ਰਹਿਣ ਕੀਤਾ।
ਮੇਰਾ ਬਸ ਇੱਕੋ ਹੀ ਮੋਟਿਵ ਹੁੰਦਾ ਹੈ ਕਿ ਮੈਂ ਬੱਚਿਆਂ ਨੂੰ ਈਜ਼ੀ ਕਰਦਾ, ਕਿ ਮੈਂ ਹਮੇਸ਼ਾ ਉਹਨਾਂ ਨੂੰ ਇਹ ਕਹਿੰਦੀ ਹਾਂ ਪੰਜਾਬੀ ਹਵਾ ਨਹੀਂ ਹੈ, ਪੰਜਾਬੀ ਬਹੁਤ ਈਜ਼ੀ ਲੈਂਗੁਏਜ ਹੈ, ਪੰਜਾਬੀ ਬਹੁਤ ਮਿੱਠੀ ਲੈਂਗੁਏਜ ਹੈ। ਕਈ ਬੱਚਿਆਂ ਨੂੰ ਲੱਗਦਾ ਸ਼ਾਇਦ ਪੰਜਾਬੀ ਲੜਨ ਲਈ, ਗਾਲਾਂ ਕੱਢਣ ਲਈ ਹੁੰਦੀ ਹੈ, ਜਾਂ ਪੰਜਾਬੀ ਸ਼ਾਇਦ ਇੰਨੀ ਔਖੀ ਹੁੰਦੀ ਹੈ ਕਿ ਸਾਨੂੰ ਆ ਹੀ ਨਹੀਂ ਸਕਦੀ। ਜੀ ਤੇ ਜੀ ਉਹ ਚੀਜ਼ ਨਹੀਂ ਹੈ। ਮੈਂ ਬੱਚਿਆਂ ਚੋਂ ਫੀਅਰ ਕੱਢਿਆ ਔਰ ਡਰ ਕੱਢਿਆ। ਔਰ ਮੈਨੂੰ ਪ੍ਰਾਊਡ ਹੈ ਕਿ ਜਦੋਂ ਮੈਂ ਸਕੂਲ ਚ ਆਈ ਸੀਗੀ ਤੇ ਉਦੋਂ 12ਵੀਂ ਚ ਹਾਰਡਲੀ 4-5 ਬੱਚੇ ਬੈਠੇ ਹੁੰਦੇ ਸੀ, ਅੱਜ ਪੂਰਾ ਪੂਰਾ ਸੈਕਸ਼ਨ ਚੱਲਦਾ। ਤੇ ਉਹ ਚੀਜ਼ ਦਾ ਹੈ ਕਿ ਨਹੀਂ, ਪੰਜਾਬੀ ਫੇਅਰ ਨਹੀਂ ਹੈ, ਪੰਜਾਬੀ ਸਿਰਫ ਸਿੱਖਾਂ ਲਈ ਨਹੀਂ ਹੈ। ਸਭ ਤੋਂ ਵੱਡੀ ਗੱਲ, ਇੱਕ ਜੀ ਜੀ ਸਾਡੇ ਦਿੱਲੀ ਦੇ ਵਿੱਚ ਨਾ ਮਾਹੌਲ ਇਦਾਂ ਦਾ, ਉਹਨਾਂ ਨੂੰ ਲੱਗਦਾ ਪੰਜਾਬੀ ਹੈ ਤੇ ਸਰਦਾਰਾਂ ਦੀ ਹੈ ਜਾਂ ਸਿੱਖਾਂ ਦੀ ਹੈ। ਉਹਨਾਂ ਨੂੰ ਜੀ ਸਮਝਾਉਣਾ ਪੈਂਦਾ ਪੰਜਾਬੀ ਕਿਸੇ ਕਮਿਊਨਿਟੀ ਨਾਲ ਨਹੀਂ ਬਿਲੋਂਗ ਕਰਦੀ, ਕਿਸੇ ਇੱਕ ਧਰਮ ਨਾਲ ਤੁਸੀਂ ਉਹਨੂੰ ਨਹੀਂ ਜੋੜ ਸਕਦੇ। ਇਹ ਯੂਨੀਵਰਸਲ ਲੈਂਗੁਏਜ ਹੈ, ਜਿਹੜਾ ਬੋਲ ਰਿਹਾ ਉਹਦੀ ਹੈ। ਜੀ ਜੀ ਬਿਲਕੁਲ ਬਿਲਕੁਲ। ਪਰ ਕਿਉਂਕਿ ਇੱਕ ਧਾਰਨਾ ਬਣ ਚੁੱਕੀ ਹੈਗੀ ਹੈ ਕਿ ਪੰਜਾਬੀ ਜਿਹੜੀ ਉਹ ਸਿੱਖ ਬੋਲਦੇ ਹੋਣ ਕਰਕੇ ਹਾਂਜੀ, ਵੀ ਸਿਰਫ ਦਿੱਲੀ ਵਿੱਚ ਸ਼ਾਇਦ। ਇਹ ਚੀਜ਼ ਬਹੁਤ ਜ਼ਿਆਦਾ ਹੈ, ਸਭ ਜੀ ਨੂੰ ਇਹੀ ਜੀ। ਲੱਗਦਾ। ਤੇ ਹੁਣ ਤੱਕ ਤੁਸੀਂ ਪੰਜਾਬੀ ਸਾਹਿਤ ਨਾਲ ਲਿਖਿਆ ਕਾਫੀ ਜ਼ਿਆਦਾ, ਕਦੋਂ ਲਿਖਣਾ ਸ਼ੁਰੂ ਕੀਤਾ ਤੁਸੀਂ ਇਹ? ਐਕਚੁਅਲੀ ਮੈਂ ਪੜ੍ਹਦੀ ਤਾਂ ਮੈਂ ਸ਼ੁਰੂ ਤੋਂ ਹੀ ਸੀ। ਮੈਨੂੰ ਕੋਈ ਸਾਖੀਆਂ ਦੀ ਕਿਤਾਬ ਮਿਲ ਜਾਏ, ਕੋਈ ਅਖਬਾਰ ਮਿਲ ਜਾਏ, ਇੱਥੋਂ ਤੱਕ ਕਿ ਮੈਂ ਲਿਫਾਫੇ ਵੀ ਖੋਲ ਖੋਲ ਕੇ ਪੜ੍ਹਦੀ ਹੁੰਦੀ ਸੀ। ਪੰਜਾਬੀ ਦਾ ਨਿਊਜ਼ਪੇਪਰ ਮੈਂ ਕਦੀ ਦੇਖ ਲੈਣਾ ਤੇ ਬੜੀ ਹੈਰਾਨੀ ਹੁੰਦੀ ਸੀ, ਜੀ ਕਿਉਂਕਿ ਦਿੱਲੀ 'ਚ ਇੰਨਾ ਹੈ ਨਹੀਂ ਪੰਜਾਬੀ ਦਾ ਨਾ ਨਿਊਜ਼ਪੇਪਰ, ਸਾਰੇ ਬਿਲਕੁਲ। ਘਰਾਂ 'ਚ ਨਹੀਂ ਆਉਂਦੇ। ਪਰ ਜੀ ਜਿੱਥੇ ਜੀ ਕਿਤੇ ਵੀ ਮਿਲ ਜਾਣਾ ਤੇ ਉਹਨੂੰ ਪੜ੍ਹਨਾ ਖੋਲ ਖੋਲ ਕੇ। ਤੇ ਪੜ੍ਹਨਾ ਤੇ ਬਹੁਤ ਬਚਪਨ ਤੋਂ ਹੀ ਸ਼ੁਰੂ ਸੀਗਾ, ਪਰ ਲਿਖਣ ਦੀ ਜਿਹੜੀ ਪਿਰਤ ਹੈ ਨਾ, ਉਹ ਕਾਲਜ ਲੈਵਲ ਤੇ ਆ ਕੇ ਪਈ। ਜਦੋਂ ਮੈਂ ਕਾਲਜ ਵਿੱਚ ਐਡਮਿਸ਼ਨ ਲਿਆ, ਮੈਗਜ਼ੀਨ ਦੇ ਵਿੱਚ ਆਰਟੀਕਲ ਛਪਨੇ ਸੀ ਤੇ ਮੈਂ ਫਸਟ ਈਅਰ ਦੀ ਸਟੂਡੈਂਟ ਹੀ ਸੀਗੀ। ਤੇ ਮੇਰੇ ਪ੍ਰੋਫੈਸਰ ਮੇਰੇ ਕੋਲ ਆਏ ਤੇ ਉਹਨਾਂ ਨੇ ਮੈਨੂੰ ਕਿਹਾ ਆਰਟੀਕਲ ਲਿਖ ਕੇ ਦੇ, ਕੋਈ ਮੈਗਜ਼ੀਨ ਛਪਣੀ ਹੈ। ਮੈਨੂੰ ਸਮਝ ਹੀ ਨਾ ਆਏ ਕੀ ਲਿਖਾਂ। ਕਹਿੰਦੇ ਜੋ ਸੋਚਦੀ ਆ ਉਹੀ ਲਿਖ ਦੇ। ਮੈਨੂੰ ਜੀ ਸਮਝ ਹੀ ਨਾ, ਮੈਂ ਸੋਚਦੀ ਕੀ ਆ। ਫਿਰ ਉਸ ਤੋਂ ਬਾਅਦ ਮੈਂ ਆਪਣੀ ਇੱਕ ਅਭੁੱਲ ਯਾਦ ਕਰਕੇ ਇੱਕ ਆਰਟੀਕਲ ਲਿਖਿਆ ਸੀ, ਕਿ ਆਪਣਾ ਕੋਈ ਇੰਸੀਡੈਂਟ ਜੋ ਮੇਰੇ ਨਾਲ ਹੋਇਆ ਉਹ ਲਿਖਿਆ, ਔਰ ਮੈਨੂੰ ਬੈਸਟ ਆਰਟੀਕਲ ਦਾ ਅਵਾਰਡ ਮਿਲਿਆ। ਤੇ ਜੀ ਫਿਰ ਜੀ ਜਦੋਂ ਬੈਸਟ ਆਰਟੀਕਲ ਦਾ ਅਵਾਰਡ ਮਿਲਿਆ, ਫਿਰ ਮੈਨੂੰ ਲੱਗਿਆ ਕਿ ਨਹੀਂ, ਹੁਣ ਤਾਂ ਮੈਨੂੰ ਕਰਨਾ ਹੀ ਹੈ। ਫਿਰ 3 ਸਾਲ ਮੈਂ ਕਾਲਜ ਰਹੀ, ਮੇਰੀ ਗ੍ਰੈਜੂਏਸ਼ਨ ਦੇ 3 ਸਾਲ ਕਾਲਜ ਵਿੱਚ ਸੀਗੇ, ਔਰ ਤਿੰਨੋਂ ਸਾਲ ਬੈਸਟ ਆਰਟੀਕਲ ਦੇ ਅਵਾਰਡ, ਔਰ ਤਿੰਨੋਂ ਤੁਸੀਂ ਸਾਲ ਦੀ ਐਡੀਟਰ ਮੈਂ ਹੀ ਰਹੀ। ਠੀਕ, ਬਹੁਤ ਵਧੀਆ ਗੱਲ ਆ। ਤੇ ਹੁਣ ਤੱਕ ਤੁਹਾਡੀਆਂ ਕਿੰਨੀਆਂ ਕਿਤਾਬਾਂ ਪੰਜਾਬੀ ਸਾਹਿਤ ਨੂੰ ਤੁਸੀਂ ਦੇ ਚੁੱਕੇ ਹੋ? ਪੰਜਾਬੀ ਸਾਹਿਤ ਨੂੰ ਮੈਂ, ਮੇਰਾ ਕਹਾਣੀ ਸੰਗ੍ਰਹਿ ਜਿਹੜਾ ਸੀਗਾ ਉਹ 2018 ਚ ਮ੍ਰਿਗ ਤ੍ਰਿਸ਼ਨਾ, ਮੇਰਾ ਪਰਸਨਲ ਮਿਰਗ ਕਹਾਣੀ ਤ੍ਰਿਸ਼ਨਾ ਸੰਗ੍ਰਹਿ ਆ ਜੀ। ਚੁੱਕਿਆ, ਮ੍ਰਿਗ ਤ੍ਰਿਸ਼ਨਾ। ਹਾਂਜੀ। ਉਸ ਤੋਂ ਬਾਅਦ ਨਵੀਆਂ ਪੈੜਾਂ ਸਾਂਝਾ ਕਾਵ ਸੰਗ੍ਰਹਿ ਸੀਗਾ, ਜਿਹੜਾ 2020 ਚ ਆਇਆ। 2021 ਚ ਹੁਣੇ ਰੀਸੈਂਟਲੀ ਮੇਰਾ ਕਾਵ ਸੰਗ੍ਰਹਿ, ਸਾਂਝਾ ਕਾਵ ਸੰਗ੍ਰਹਿ ਤਰਾਸਦੀ ਆਇਆ। ਤੇ ਇੱਕ ਸਾਂਝਾ ਲੇਖ ਸੰਗ੍ਰਹਿ ਸਮੇਂ ਦੀ ਤਫਤੀਸ਼, ਉਹ ਨੈਕਸਟ ਮੰਥ ਆਣਾ ਹੈ। ਠੀਕ ਹੈ। ਜਿਹੜੀ ਤੁਹਾਡੀ ਕਹਾਣੀਆਂ ਦੀ ਕਿਤਾਬ ਸੀ ਮਿਰਗ ਤ੍ਰਿਸ਼ਨਾ, ਕੋਈ ਉਹਦੇ ਵਿੱਚ ਇਦਾਂ ਦਾ ਵਾਕਿਆ ਜਿਹੜਾ ਤੁਹਾਨੂੰ ਬਹੁਤ, ਉਹ ਜਿਹੜੀਆਂ ਕਹਾਣੀਆਂ ਲਿਖੀਆਂ ਵੇ ਤੁਹਾਨੂੰ ਬਹੁਤ ਅੱਛਾ ਲੱਗਦਾ ਹੋ, ਜਾਂ ਤੁਹਾਨੂੰ ਲੱਗਦਾ ਕਿ ਆਹ ਜਿਹੜਾ ਮੈਂ ਲਿਖਿਆ ਹੈਗੀ ਕਹਾਣੀ, ਇਹਦੇ ਵਿੱਚ ਆਹ ਜਿਹੜਾ ਥਾਂ ਹੈਗੀ ਬਹੁਤ ਹੀ ਇੱਕ ਵੱਖਰੀ ਹੈਗੀ, ਇਸ ਤਰ੍ਹਾਂ ਦੀ ਕੋਈ ਗੱਲ? ਇਸ ਕਿਤਾਬ ਦੇ ਵਿੱਚ ਨਾ ਇੱਕ ਕਹਾਣੀ ਹੈ ਸਵੈਮਾਨ। ਤੇ ਮੈਂ ਤੁਹਾਨੂੰ ਆਪਣਾ, ਇਹ ਹਕੀਕਤ ਹੋਈ ਸੀ ਮੇਰੇ ਸਾਹਮਣੇ। ਜੀ ਤੇ ਗੁਰੂ ਅਰਜਨ ਦੇਵ ਜੀ ਦਾ ਗੁਰਪੁਰਬ ਚੱਲ ਰਿਹਾ ਸੀ, ਇੱਕ ਰਿਕਸ਼ੇ ਵਾਲਾ ਆਇਆ ਤੇ ਛਬੀਲ ਲੱਗੀ ਹੋਈ ਸੀ, ਲੰਗਰ ਵੰਡਿਆ ਜਾ ਰਿਹਾ ਸੀ। ਤੇ ਜੀ ਇੰਨਾ ਰਸ਼ ਸੀਗਾ, ਇੰਨਾ ਰਸ਼ ਸੀ ਕਿ 2-3 ਮੁੰਡਿਆਂ ਨੇ ਨਾ ਉਹਨੂੰ ਭਜਾ ਦਿੱਤਾ ਵੀ ਤੂੰ ਜਾ ਇੱਥੋਂ। ਤੇ ਉਸ ਤੋਂ ਬਾਅਦ ਉਹ ਵਿਚਾਰਾ ਚਲਾ ਗਿਆ। ਥੋੜੀ ਦੇਰ ਬਾਅਦ ਨਾ ਬੜਾ ਮਾਯੂਸ ਹੋ ਕੇ ਵਾਪਸ ਆਇਆ ਤੇ ਕਿਸੇ ਨੂੰ ਲੱਭਣ ਲੱਗਾ। ਸਾਨੂੰ ਸਮਝ ਹੀ ਨਾ ਆਇਆ ਕਿਹਨੂੰ ਲੱਭ ਰਿਹਾ। ਤੇ ਉਹ ਗੁਰਦੁਆਰਾ ਸਾਹਿਬ ਦੇ ਕੋਈ ਪ੍ਰਧਾਨ ਸਨ, ਜਿਹੜੇ ਉਸ ਰਿਕਸ਼ੇ ਤੇ ਥੋੜੀ ਦੇਰ ਪਹਿਲੇ ਆਏ ਸਨ। ਉਹਨਾਂ ਜੀ ਨੂੰ ਲੱਭਿਆ, ਲੱਭਦੇ ਲੱਭਦੇ ਉਹਨਾਂ ਤੱਕ ਪਹੁੰਚਿਆ ਤੇ ਕਹਿੰਦਾ ਸਰਦਾਰ ਜੀ ਆਪ ਇਹ बैग छोड़ गए थे, ये बैग ले लीजिए। ਹਾਂ ਤੇ ਠੀਕ ਹੈ। ਉਹਦੇ ਵਿੱਚ ਉਹਨਾਂ ਦੇ ਪਰਸਨਲ ਡਾਕੂਮੈਂਟਸ ਪਏ ਸੀ। ਫਿਰ ਉਹਨਾਂ ਨੇ ਉਹਨੂੰ ਅੰਦਰ ਬੁਲਾ ਕੇ ਫਿਰ ਉਹਨੂੰ ਲੰਗਰ ਛਕਾਇਆ। ਤੇ ਮੈਨੂੰ ਇੰਨਾ ਹੋਇਆ ਕਿ ਅਸੀਂ ਕਿਵੇਂ ਕਿਸੇ ਨੂੰ ਐਵੇਂ, ਪਹਿਲਾਂ ਤਾਂ ਉਹੀ ਬੰਦਾ ਜਿਹਨੂੰ ਭਜਾ ਦਿੱਤਾ, ਫਿਰ ਦੂਜੀ ਵਾਰ ਉਹੀ ਬੰਦਾ ਜਿਹਨੂੰ ਅੰਦਰ ਬਿਠਾ ਕੇ ਖਵਾ ਰਿਹਾ। ਤੇ ਇਹ ਜਿਹੜੀ ਕਹਾਣੀ ਸੀ ਨਾ, ਇਹਨੇ ਮੈਨੂੰ ਥੋੜਾ ਜਿਹਾ ਟੁੰਬਿਆ ਕਿ ਮੈਨੂੰ ਇਹਦੇ ਬਾਰੇ ਜੀ ਜੀ ਲਿਖਣਾ ਚਾਹੀਦਾ, ਕਿ ਜੀ ਸਵੈਮਾਨ। ਫਿਰ ਮੈਂ ਉਸ ਉੱਤੇ ਕਹਾਣੀ ਲਿਖੀ ਸੀ। ਜੀ ਬਿਲਕੁਲ। ਕਿਉਂਕਿ ਜਦੋਂ, ਜਿੰਨਾ ਚਿਰ ਅਸੀਂ ਉਸ ਨੂੰ ਜਾਣਦੇ ਨਹੀਂ ਸੀ, ਅਸੀਂ ਉਸ ਨੂੰ ਇਗਨੋਰ ਕਰਦੇ ਰਹੇ। ਐਗਜ਼ੈਕਟਲੀ। ਤੇ ਜਦੋਂ ਹਾਂਜੀ। ਸਾਡਾ ਲਾਲਚ ਆਇਆ, ਸਾਨੂੰ ਉਹਦੇ ਵਿੱਚ ਲੱਗਦਾ ਕਿ ਸਾਡੀ ਸਾਡੀ ਫਿਤਰਤ ਹੈ ਮਨੁੱਖਾਂ ਦੀ ਨਾ, ਕਿ ਅਸੀਂ ਜੀ ਸਿਰਫ ਜੀ ਗੈਟਅਪ ਦੇਖਦੇ ਹਾਂ, ਅਸੀਂ ਲੁੱਕ ਦੇਖਦੇ ਹਾਂ। ਬਿਲਕੁਲ ਸ਼ਾਇਦ ਜੋ ਰਿਕਸ਼ੇ ਵਾਲਾ ਨਾ ਹੁੰਦਾ, ਕਿਸੇ BMW ਤੋਂ ਉਤਰਾ ਹੁੰਦਾ, ਸਾਡਾ ਰਵੱਈਆ ਕੁਝ ਹੋਰ ਹੋਣਾ ਕੁਛ ਸੀ। ਹੋਰ ਕੁਛ ਪਰ ਹੋਰ। ਉਹ ਸ਼ਖਸੀਅਤ ਬੜੀ ਮਹਾਨ ਸੀ। ਉਹ ਬੈਗ ਲੈ ਕੇ ਘਰ ਵੀ ਜਾ ਸਕਦਾ ਸੀ, ਔਰ ਉਹਦੇ ਵਿੱਚ ਬੜੇ ਇੰਪੋਰਟੈਂਟ ਡਾਕੂਮੈਂਟ ਸੀ, ਕਿ ਤਾਂ ਹੀ ਉਹ ਪ੍ਰਧਾਨ ਸਾਹਿਬ ਨੇ ਉਹਨਾਂ ਨੂੰ ਅੰਦਰ ਬਿਠਾ ਕੇ ਖਵਾਇਆ। ਤੇ ਜੀ ਉਹੀ ਚੀਜ਼ ਹੈ ਕਿ ਸਵੈਮਾਨ ਕੁਝ ਹੋਰ ਹੀ ਚੀਜ਼ ਹੈ। ਬੰਦੇ ਦੀ ਸ਼ਖਸੀਅਤ ਨੂੰ ਪਛਾਣਨਾ ਕੋਈ ਇੰਨਾ ਸੌਖਾ ਨਹੀਂ ਹੈ ਕਿ ਅਸੀਂ ਇੱਕ ਲੁੱਕ ਵਿੱਚ ਹੀ ਦੱਸ ਦਈਏ ਕਿ ਕੌਣ ਕਿੱਥੇ ਜੀ ਜੀ ਸਟੈਂਡ ਕਰਦਾ। ਬਿਲਕੁਲ, ਤੁਹਾਡੀ ਗੱਲ ਠੀਕ ਹੈ। ਇਹ ਜੋ ਹੁਣ ਤੱਕ ਤੁਸੀਂ ਲਿਖਿਆ ਹੈਗਾ, ਚਾਹੇ ਕਹਾਣੀ ਹੋਵੇ, ਕਵਿਤਾ ਹੋਵੇ, ਜਾਂ ਲੇਖ ਲਿਖਦੇ ਹੋ ਤੁਸੀਂ, ਕੀ ਤੁਸੀਂ ਹੁਣ ਤੱਕ ਸੰਤੁਸ਼ਟ ਹੋ ਉਸ ਚੀਜ਼ ਤੋਂ? ਨਹੀਂ, ਸੰਤੁਸ਼ਟ ਤਾਂ ਬਿਲਕੁਲ ਹੋ ਨਹੀਂ ਸਕਦੀ, ਕਿਉਂਕਿ ਜੋ ਮੈਨੂੰ ਲੱਗਦਾ ਮੈਨੂੰ ਬਹੁਤ ਕੁਝ ਲਿਖਣ ਵਾਲਾ ਪਿਆ, ਬਹੁਤ ਕੁਝ ਪੜ੍ਹਨ ਵਾਲਾ ਅਜੇ ਪਿਆ। ਤੇ ਅਜੇ ਤੱਕ ਮੈਨੂੰ ਤਸੱਲੀ ਨਹੀਂ ਹੋਈ। ਮਤਲਬ ਅਜੇ ਵੀ ਮੈਨੂੰ ਲੱਗਦਾ ਬਹੁਤ ਕੁਝ ਐਸਾ ਹੈ ਜੋ ਮੈਂ ਨਹੀਂ ਬਿਆਨ ਕਰ ਪਾਈ, ਜਾਂ ਜੋ ਮੈਂ ਨਹੀਂ ਲਿਖ ਪਾਈ।
ਠੀਕ ਹੈ। ਐਜ਼ ਏ ਕਵਿੱਤਰੀ ਜਾਂ ਲੇਖਕਾ ਕਹਿ ਲਓ, ਹੁਣ ਤੱਕ ਤੁਹਾਡੇ ਹਿਸਾਬ ਨਾਲ ਵੀ ਕੀ ਨਹੀਂ ਲਿਖ ਹੋਇਆ ਔਰ ਕੀ ਲਿਖ ਹੋਣਾ ਚਾਹੀਦਾ, ਕਿਸ ਤਰੀਕੇ ਦਾ? ਮੈਨੂੰ ਲੱਗਦਾ ਹੈ ਕਿ ਮੈਨੂੰ ਨਾ ਮੋਟੀਵੇਸ਼ਨਲ ਕੁਝ ਲਿਖਣਾ ਹੈ, ਕਿਉਂਕਿ ਮੈਂ ਜਿਸ ਵੀ ਬੰਦੇ ਨੂੰ ਮਿਲੋ ਨਾ, ਤੁਸੀਂ ਆਪਣੇ ਚੌਗਿਰਦੇ ਵਿੱਚ ਦੇਖੋ, ਆਪਣੇ ਆਲੇ ਦੁਆਲੇ ਹਰ ਬੰਦਾ ਕਿਸੇ ਨਾ ਕਿਸੇ ਸਟਰਗਲ ਨਾਲ ਜੂਝ ਰਿਹਾ, ਕਿਸੇ ਨਾ ਕਿਸੇ ਸਮੱਸਿਆ ਨਾਲ ਘਿਰਿਆ ਹੋਇਆ। ਤੇ ਬਸ ਇਹਨਾਂ ਸਮੱਸਿਆਵਾਂ ਦੇ ਵਿੱਚ ਬੰਦੇ ਨੂੰ ਕਿਸ ਤਰ੍ਹਾਂ ਮੋਟੀਵੇਟ ਕਰਨਾ ਹੈ, ਕਿਸ ਤਰ੍ਹਾਂ ਹੁਲਾਰਾ ਦੇਣਾ ਹੈ, ਕਿਸ ਤਰ੍ਹਾਂ ਇੱਕ ਦੂਜੇ ਦੀ ਬਾਂਹ ਫੜ ਕੇ ਅੱਗੇ ਲੈ ਕੇ ਜਾਣਾ ਹੈ, ਔਰ ਕਿਸ ਤਰ੍ਹਾਂ ਜੈਲੇਸੀ ਦੀ ਭਾਵਨਾ ਨੂੰ ਖਤਮ ਕਰਨਾ, ਇਹੋ ਜਿਹੀਆਂ ਮੈਂ ਚਾਹੁੰਦੀ ਹਾਂ ਕਿ ਇਹ ਜੋ ਰਚਨਾਵਾਂ ਲਿਖਾਂ, ਕਿ ਟੁੱਟੇ ਹੋਏ ਇਨਸਾਨ ਨੂੰ ਆਪਣੇ ਜੀ ਅੰਦਰੋਂ ਹੀ ਸਟਰੈਂਥ ਮਿਲੇ, ਉਹ ਬਾਹਰੋਂ ਸਟਰੈਂਥ ਭਾਲਣ ਦੀ ਲੋੜ ਨਾ ਹੋਵੇ। ਜੀ ਬਿਲਕੁਲ। ਉਸ ਤੋਂ ਇਲਾਵਾ ਜਿਵੇਂ ਆਪਾਂ ਗੱਲ ਕਰ ਸਕਦੇ ਕਿ ਤੁਸੀਂ ਦਿੱਲੀ ਦੇ ਵਿੱਚ ਰਹਿ ਰਹੇ ਹੋ, ਇੱਕ ਜਿੱਥੇ ਪੰਜਾਬੀ ਨਹੀਂ ਬੋਲੀ ਜਾਂਦੀ, ਆਮ ਪੰਜਾਬੀ ਨਹੀਂ ਬੋਲੀ ਜਾਂਦੀ, ਇਦਾਂ ਦਾ ਕੋਈ ਅਨੁਭਵ ਤੁਹਾਡਾ ਵੀ ਜਿੱਥੇ ਪੰਜਾਬੀ ਔਰ ਹਿੰਦੀ ਦਾ ਥੋੜਾ ਟਕਰਾਅ ਹੋਇਆ ਹੋਵੇ, ਜਾਂ ਕਿਸ ਤਰੀਕੇ ਦੀ ਇਦਾਂ ਦੀ ਕੋਈ ਗੱਲ? ਬਹੁਤ ਵਾਰੀ ਹੋਇਆ ਐਵੇਂ ਤੇ। ਐਕਚੁਅਲੀ ਮੈਂ ਛੋਟੀ ਸੀ ਨਾ, ਮੈਂ ਆਪਣੇ ਫਾਦਰ ਦੇ ਨਾਲ ਜਾਂਦੀ ਹੁੰਦੀ ਸੀ ਬੈਂਕਸ ਦੇ ਕੰਮ ਵਗੈਰਾ ਕਰਾਉਣ, ਤੇ ਮੇਰੇ ਫਾਦਰ ਪੰਜਾਬੀ ਬੋਲਦੇ ਸੀ, ਉਹਨਾਂ ਨੂੰ ਹਿੰਦੀ ਆਉਂਦੀ ਨਹੀਂ, ਉਹ ਬੋਲ ਹੀ ਨਹੀਂ ਸਕਦੇ। ਜੀ ਤੇ ਅਗਲੇ ਬੰਦੇ ਨੇ ਹਿੰਦੀ 'ਚ ਗੱਲ ਕਰਨੀ, ਇਹਨਾਂ ਨੇ ਪੰਜਾਬੀ ਜਵਾਬ ਦੇਣਾ। ਇੱਕ ਵਾਰੀ ਨਾ ਇੱਕ मैनेजर जो सी फैल गया, कहना सरदार जी आप पंजाबी में बात कर रहे हैं, हमें समझ नहीं आ रही, पहले आप हिंदी में बात करिए। ਤੇ ਜੀ ਫਿਰ ਉਸ ਤੋਂ ਬਾਅਦ ਮੈਨੂੰ ਬੜਾ ਅਜੀਬ ਲੱਗਿਆ, ਮੈਨੂੰ ਲੱਗਿਆ ਸ਼ਾਇਦ ਵਾਕਈ ਪੰਜਾਬੀ ਸ਼ਾਇਦ ਗਵਾਰਾਂ ਦੀ ਲੈਂਗੁਏਜ ਸਮਝੀ ਜਾ ਰਹੀ ਹੈ ਜਾਂ ਕੀ ਹੈ। ਬਟ ਫਿਰ ਉਸ ਤੋਂ ਬਾਅਦ ਥੋੜੀ ਦੇਰ ਬਾਅਦ ਜਦੋਂ ਮੇਰੇ ਫਾਦਰ ਉੱਥੇ ਖੜੇ ਸੀਗੇ, ਕੰਮ ਕਰ ਰਹੇ ਸੀ, ਕਹਿੰਦੇ ਬਾਰ-ਬਾਰ ਕਹੇ ਕਿ ਸਰਦਾਰ ਜੀ ਆਪ ਹਿੰਦੀ में बात करिए, पंजाबी में नहीं समझ आ रही। ਤੇ ਫਿਰ ਅੰਦਰੋਂ ਉਹਦੇ ਇੱਕ ਆਫੀਸਰ ਨੇ ਆ ਕੇ ਉਹਨੂੰ ਡਾਂਟਿਆ ਕਿ वो जिस लैंग्वेज में बात कर रहे हैं आपको उसी में समझनी है, नहीं तो किसी और को रेफर करो। ਤੇ ਫਿਰ ਮੈਨੂੰ ਲੱਗਿਆ ਨਹੀਂ, ਲੈਂਗੁਏਜ ਕਰਕੇ ਲੈਂਗੁਏਜ ਬੈਰੀਅਰ ਜ਼ਰੂਰ ਹੈ, ਬਟ ਇੰਨਾ ਨਹੀਂ ਮੈਂ ਸਮਝਦੀ। ਠੀਕ ਹੈ। ਬਟ ਦਿੱਲੀ ਵਿੱਚ ਇਹ ਚੀਜ਼ਾਂ ਦੇਖਣ ਨੂੰ ਮਿਲਦੀਆਂ। ਹਾਂਜੀ ਜੀ ਬਿਲਕੁਲ, ਜਿਸ ਤਰ੍ਹਾਂ ਅਸੀਂ ਵੀ ਕਹਿ ਸਕਦੇ, ਜਦੋਂ ਅਸੀਂ ਇੱਥੇ ਵੀ ਆਫਿਸ ਕਿਸੇ ਜਾਂਦੇ ਆ ਤੇ ਅਸੀਂ ਜਿਹੜੀ ਉਹਨਾਂ ਦੀ ਭਾਸ਼ਾ ਜਦੋਂ ਬੋਲਦੇ ਆ, ਕਈ ਵਾਰ ਉਹਨਾਂ ਨੂੰ ਨਹੀਂ ਸਮਝ ਆਉਂਦੀ, ਤੇ ਅਸੀਂ ਤਾਂ ਆਪਣੇ ਵੱਲੋਂ ਠੀਕ ਬੋਲਦੇ ਹੁੰਦੇ ਆ, ਫਿਰ ਉਹ ਕਹਿੰਦੇ ਵੀ ਤੁਸੀਂ ਨਾਲ ਕਿਸੇ ਨੂੰ ਲੈ ਕੇ ਆਓ ਜੇਕਰ ਨਹੀਂ ਅੱਛੀ ਬੋਲ ਸਕਦੇ। ਇਸ ਤਰੀਕੇ ਨਾਲ ਹੈ, ਕਿਉਂਕਿ ਹਰ ਵਿਅਕਤੀ ਨੂੰ ਆਪਣੀ ਭਾਸ਼ਾ ਨਾਲ ਪਿਆਰ ਹੁੰਦਾ, ਇਸ ਕਰਕੇ ਉਹ ਇਹ ਜੀ, ਕਰਦਾ ਹੈਗਾ ਕਿ ਠੀਕ ਹੈ, ਚਲੋ ਬਹੁਤ ਅੱਛੀ ਗੱਲ ਹੈ। ਪਰ ਮੈਨੂੰ ਪ੍ਰਾਊਡ ਰਿਹਾ ਕਿ ਮੇਰੇ ਫਾਦਰ ਨੇ ਹਾਰ ਨਹੀਂ ਮੰਨੀ, ਉਹ ਟਿਲ ਡੇਟ ਪੰਜਾਬੀ ਬੋਲਦੇ, ਚਾਹੇ ਕਿਸੇ ਨੂੰ ਸਮਝ ਆਏ ਚਾਹੇ ਨਹੀਂ ਆਏ। ਠੀਕ ਹੈ। ਤੇ ਇਸ ਤੋਂ ਇਲਾਵਾ ਇਹ ਤੁਸੀਂ ਐਜ਼ ਏ ਲੈਕਚਰਰ ਪੰਜਾਬੀ ਦੇ ਜੌਬ ਕਰਦੇ ਹੋ, ਇਸ ਦੇ ਵਿੱਚ ਤੁਸੀਂ ਆਪਣੇ ਵੱਲੋਂ ਕਿਸ ਤਰੀਕੇ ਨਾਲ ਕਰਨਾ ਚਾਹੁੰਦੇ ਕਿ ਬੱਚੇ ਜ਼ਿਆਦਾ ਪੰਜਾਬੀ ਬੋਲਣ, ਪੰਜਾਬੀ ਨੂੰ ਪਿਆਰ ਕਰਨ, ਪੰਜਾਬੀ ਸਾਹਿਤ ਪੜ੍ਹਨ, ਇਦਾਂ ਇਸ ਤਰ੍ਹਾਂ ਦਾ ਕੋਈ ਉਪਰਾਲਾ? ਹਾਂ, ਐਕਚੁਅਲੀ ਸਾਡੇ ਸਕੂਲ ਦੇ ਵਿੱਚ ਨਾ, ਮੈਂ ਤੁਹਾਨੂੰ ਜਿਵੇਂ ਪਹਿਲੇ ਹੀ ਦੱਸਿਆ ਕਿ ਨੌਨ ਸਿੱਖ ਬੱਚੇ ਬਹੁਤ ਜ਼ਿਆਦਾ ਹਨ, ਲੋਅਰ ਮਿਡਲ ਕਲਾਸ ਬੱਚੇ ਬਹੁਤ ਜ਼ਿਆਦਾ ਹੈ। ਪਰ ਜਦੋਂ ਅਸੀਂ ਟਾਈਮ ਟੂ ਟਾਈਮ ਐਕਟੀਵਿਟੀਜ਼ ਕਰਾਉਂਦੇ ਹਾਂ, ਉਹਨਾਂ ਨੂੰ ਪ੍ਰਾਈਜ਼ਸ ਦਿੰਦੇ ਹਾਂ, ਪੰਜਾਬੀ ਬੋਲਣ ਵਾਲੇ ਨੂੰ ਐਪਰੀਸ਼ੀਏਟ ਕਰਦੇ ਹਾਂ, ਤੇ ਉਹ ਬੱਚੇ ਅੱਗੇ ਆਉਂਦੇ ਆ। ਪਰ ਪ੍ਰੋਬਲਮ ਇੱਕ ਜਗ੍ਹਾ ਤੇ ਆ ਕੇ ਇਹ ਆ ਜਾਂਦੀ ਹੈ ਕਿ ਸਾਡੀ ਜਿਹੜੀ ਗਵਰਨਮੈਂਟ ਹੈਗੀ ਹੈ, ਸਾਡੀਆਂ ਜਿਹੜੀਆਂ ਸਰਕਾਰਾਂ ਨੇ, ਉਹ ਲੈਂਗੁਏਜ ਨੂੰ ਪ੍ਰਮੋਟ ਨਹੀਂ ਕਰ ਰਹੀਆਂ। ਉਹ ਕਿਤੇ ਨਾ ਕਿਤੇ ਖਮਿਆਜ਼ਾ ਬੱਚੇ ਭੁਗਤਦੇ ਆ। ਹੁਣ ਅਸੀਂ ਬੱਚਿਆਂ ਨੂੰ ਪੰਜਾਬੀ ਪੜ੍ਹਾ ਵੀ ਦਈਏ, ਪੰਜਾਬੀ ਵਿੱਚ ਉਹਨਾਂ ਨੂੰ ਮੋਟੀਵੇਟ ਵੀ ਕਰੀਏ, ਸਭ ਕੁਝ ਕਰੀਏ, ਬਟ ਅੱਗੇ ਜਾ ਕੇ ਜਦੋਂ ਪੰਜਾਬੀ ਵਿੱਚ ਉਹਨਾਂ ਨੂੰ ਇਹੀ ਹੁੰਦਾ ਸਾਨੂੰ ਜੌਬਸ ਨਹੀਂ ਮਿਲ ਰਹੀਆਂ, ਸਾਨੂੰ ਕਾਲਜ ਵਿੱਚ ਐਡਮਿਸ਼ਨਸ ਨਹੀਂ ਮਿਲ ਰਹੇ, ਉਸ ਕੇਸ ਵਿੱਚ ਆ ਕੇ, ਔਰ ਜਦੋਂ ਹੁਣ ਤਾਂ ਦਿੱਲੀ ਦੇ ਵਿੱਚ ਇਹ ਹਾਲਾਤ ਹੈ ਕਿ ਕਹਿੰਦੇ ਆ ਕਿ ਜਿਹੜੀ ਰੀਜਨਲ ਲੈਂਗੁਏਜ ਆ ਉਹਨੂੰ 7th ਸਬਜੈਕਟ ਕਰ ਦਿਓ ਔਰ ਵੋਕੇਸ਼ਨਲ ਸਬਜੈਕਟਸ ਲੈ ਕੇ ਆਓ, ਤੇ ਉਹ ਸਾਡੇ ਨਾਲ ਇੱਕ ਤਰ੍ਹਾਂ ਦਾ ਧੱਕਾ ਹੁੰਦਾ ਸਾਡੇ ਨਾਲ ਲੈਂਗੁਏਜ ਦੇ ਖਿੱਤੇ ਵਿੱਚ ਗੱਲ ਕਰੀਏ। ਬਟ ਮੈਨੂੰ ਲੱਗਦਾ ਨਹੀਂ, ਅਸੀਂ ਸਿਰ ਸੁੱਟ ਕੇ ਕੰਮ ਕਰਨਾ ਤਾਂ ਅਸੀਂ ਕਰਨਾ ਹੀ ਆ, ਅਸੀਂ ਬੱਚੇ ਮੋਟੀਵੇਟ ਵੀ ਕਰਨੇ ਆ, ਐਕਟੀਵਿਟੀਜ਼ ਵੀ ਕਰਾਉਣੀਆਂ। ਸਾਡਾ ਸਕੂਲ ਦੇ ਵਿੱਚ ਪੰਜਾਬੀ ਕਲੱਬ ਹੈਗਾ, ਜਿਹਦੇ ਵਿੱਚ ਬੱਚੇ ਆਪਣਾ ਡਰਾਮਾ, ਪਲੇ, ਭੰਗੜਾ, ਪੰਜਾਬੀ ਕਲਚਰ ਨਾਲ ਜੁੜੇ ਹੋਏ ਹਨ, ਤੇ ਟ੍ਰਿਪਸ ਕਰਾਉਂਦੇ ਆ, ਟਾਈਮ ਟੂ ਟਾਈਮ ਪੰਜਾਬ ਦੀ ਵਿਜ਼ਿਟ ਕਰਾਉਂਦੇ ਆ, ਪਿੰਡਾਂ ਦੀ ਵਿਜ਼ਿਟ ਵੀ ਕਰਾਉਂਦੇ ਆ, ਤਾਂ ਕਿ ਬੱਚੇ ਸਾਡੇ ਕਲਚਰ ਨਾਲ, ਪੰਜਾਬੀਅਤ ਨਾਲ ਜੁੜੇ ਰਹਿਣ। ਹੁਣ ਤੱਕ ਤੁਸੀਂ ਪੰਜਾਬੀ ਸਾਹਿਤ ਨੂੰ ਕਿੰਨਾ ਕੁ ਪੜ੍ਹਿਆ ਹੈਗਾ? ਐਕਚੁਅਲੀ ਮੇਰੀ ਗ੍ਰੈਜੂਏਸ਼ਨ ਪੰਜਾਬੀ ਆਨਰਸ ਹੈ, ਤੇ ਉਦੋਂ ਮੈਂ ਬਹੁਤ ਪੜ੍ਹਿਆ। ਮੇਰੀ ਐਮਏ ਪੰਜਾਬੀ 'ਚ ਹੋਈ, ਤਾਂ ਮੈਂ ਸਕੂਲ ਕਾਲਜ ਤਾਂ ਮੇਰਾ ਪੜ੍ਹਨ 'ਚ ਹੀ ਲੰਘਿਆ, ਐਮਫਿਲ ਮੇਰੀ ਪੰਜਾਬੀ 'ਚ ਹੋਈ, ਤਾਂ ਬਹੁਤ ਪੜ੍ਹਿਆ। ਤੇ ਹੁਣ ਵੀ ਮੇਰੇ ਕੋਲ ਇੱਕ ਪੂਰੀ ਲਾਇਬ੍ਰੇਰੀ ਹੈਗੀ ਹੈ, ਜਿਹਦੇ ਵਿੱਚ ਮੇਰਾ ਰੂਟੀਨ ਹੈਗਾ ਪੜ੍ਹ ਕੇ ਕੁਝ ਨਾ ਕੁਝ ਸੁਣਾ। ਤੇ ਮੈਨੂੰ ਲੱਗਦਾ ਜੋ ਬੰਦਾ ਪੜ੍ਹਦਾ ਨਹੀਂ ਨਾ, ਉਹ ਲਿਖ ਵੀ ਨਹੀਂ ਸਕਦਾ, ਕਿਉਂਕਿ ਉਹਦੀਆਂ ਗੱਲਾਂ ਰਿਪੀਟ ਹੁੰਦੀਆਂ ਰਹਿਣਗੀਆਂ। ਜੇ ਤੁਸੀਂ ਕੁਝ ਨਵਾਂ ਲਿਖਣਾ ਚਾਹੁੰਦੇ ਹੋ, ਤੁਹਾਨੂੰ ਪੜ੍ਹਨਾ ਪਏਗਾ। ਸਭ ਤੋਂ ਪਹਿਲਾਂ ਇੱਕ ਬੈਸਟ ਰੀਡਰ ਬਣਨਾ ਪਏਗਾ, ਤਾਂ ਹੀ ਤੁਸੀਂ ਬੈਸਟ ਰਾਈਟਰ ਬਣ ਸਕਦੇ ਹੋ। ਬਿਲਕੁਲ, ਇੱਕ ਅੱਛਾ ਪਾਠਕ ਬਣਨ ਤੋਂ ਬਗੈਰ ਨਹੀਂ ਲਿਖਿਆ ਜਾਂਦਾ ਹੈਗਾ। ਤੇ ਇਸ ਤੋਂ ਇਲਾਵਾ ਇਹ ਤੁਹਾਡਾ ਮਨਪਸੰਦ ਹੁਣ ਤੱਕ ਕਿਹੜਾ ਸਾਹਿਤਕਾਰ ਹੈ ਜਿਹੜਾ ਤੁਸੀਂ ਜਿਸ ਨੂੰ ਸ਼ਿੱਦਤ ਦੇ ਨਾਲ ਪੜ੍ਹਦੇ ਹੋ ਕਿ ਇਹਨੂੰ ਪੜ੍ਹਨਾ ਪਹਿਲਾਂ?
ਮੈਂ ਵੈਸੇ ਤਾਂ ਮੈਂ ਫੀਮੇਲ ਰਾਈਟਰਸ ਨੂੰ ਬਹੁਤ ਜ਼ਿਆਦਾ ਪੜ੍ਹਦੀ ਹਾਂ। ਇਹ ਮੈਨੂੰ ਲੱਗਦਾ ਹੈ ਕਿ ਸ਼ਾਇਦ ਗਲਤ ਹੈ, ਮੈਨੂੰ ਸਭ ਨੂੰ ਪੜ੍ਹਨਾ ਚਾਹੀਦਾ, ਬਟ ਕਿਸੇ ਦੀ ਆਟੋਬਾਇਓਗ੍ਰਾਫੀ ਆ ਜਾਏ, ਕਿਸੇ ਵੀ ਫੀਮੇਲ ਦੀ, ਮੇਲ ਦੀ, ਤੇ ਮੇਰਾ ਆਟੋਬਾਇਓਗ੍ਰਾਫੀ ਪੜ੍ਹਨਾ ਮੇਰਾ ਸਭ ਤੋਂ ਪਹਿਲੀ ਪ੍ਰੈਫਰੈਂਸ ਹੁੰਦੀ ਹੈ। ਉਸ ਤੋਂ ਬਾਅਦ ਮੈਂ ਕਹਾਣੀਆਂ ਔਰ ਕਵਿਤਾਵਾਂ ਵੀ ਪੜ੍ਹਦੀ ਹਾਂ। ਨਾਨਕ ਸਿੰਘ ਦੇ ਆਲਮੋਸਟ ਮੈਂ ਸਾਰੇ ਨਾਵਲ ਪੜ੍ਹੇ ਆ। ਅੰਮ੍ਰਿਤਾ ਪ੍ਰੀਤਮ ਨੂੰ ਮੈਂ ਪੜ੍ਹਿਆ। ਅਜੀਤ ਕੌਰ ਦੀ ਖਾਨਾ ਬਦੋਸ਼ ਔਰ ਕੂੜਾ ਕਬਾੜਾ ਸਵੈ ਜੀਵਨੀਆਂ ਪੜ੍ਹੀਆਂ। ਰੀਸੈਂਟਲੀ ਹੁਣੇ ਮੈਂ ਦਵਿੰਦਰ ਕੌਰ ਜੀ ਦੀ, ਜਿਹੜੇ ਯੂਕੇ ਵਾਲੇ ਹੈ, ਉਹਨਾਂ ਦੀ ਬਹੀ ਖਾਤਾ ਜਿਹੜੀ ਸਵੈ ਜੀਵਨੀਆਂ ਉਹ ਪੜ੍ਹੀ ਹੈ। ਤੇ ਬੇਸਿਕਲੀ ਮੈਂ ਸਵੈ ਜੀਵਨੀਆਂ ਜ਼ਿਆਦਾ ਪੜ੍ਹਦੀ ਹਾਂ। ਠੀਕ ਹੈ ਨਾ। ਐਜ਼ ਏ ਪੰਜਾਬੀ ਟੀਚਰ, ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਅੱਜ ਪੰਜਾਬ ਦੇ ਸਕੂਲਾਂ ਦੇ ਵਿੱਚ, ਬਹੁਤੇ ਸਕੂਲਾਂ ਵਿੱਚ ਦੇਖਣ ਨੂੰ ਆਉਂਦਾ ਕਿ ਪੰਜਾਬੀ ਬੋਲਣ ਤੇ ਪਾਬੰਦੀ ਲਗਾਈ ਜਾ ਰਹੀ ਹੈ, ਜਿਸ ਦੇ ਵਿੱਚ ਅਸੀਂ ਕਹਿ ਸਕਦੇ ਸਰਕਾਰਾਂ ਜ਼ਿੰਮੇਵਾਰ ਹਨ ਤੇ ਨਾਲ ਦੀ ਨਾਲ ਮਾਪੇ ਵੀ ਜ਼ਿੰਮੇਵਾਰ ਹਨ। ਇਸ ਦੇ ਉੱਪਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੈਂ ਸਿਰਫ ਇਹ ਕਹਿੰਦੀ ਹਾਂ ਕਿ ਸ਼ਾਇਦ ਨਾ ਕਿਤੇ ਅਵੇਅਰਨੈਸ ਦੀ ਘਾਟ ਹੈ, ਇਸ ਤੋਂ ਬਾਅਦ ਕੁਝ ਵੀ ਨਹੀਂ ਹੈ। ਅਸੀਂ ਸਿਰਫ ਬੱਚਿਆਂ ਨੂੰ ਨਾ ਇੰਗਲਿਸ਼ ਆਉਣ ਦਾ ਜਾਂ ਹਿੰਦੀ ਲੈਂਗੁਏਜ ਨੂੰ ਨਾ ਇੱਕ ਸਟੇਟਸ ਸਿੰਬਲ ਬਣਾਤਾ ਕਿ ਜਿਹਨੂੰ ਇੰਗਲਿਸ਼ ਆਉਂਦੀ ਹੈ ਉਹ ਇੰਟੈਲੀਜੈਂਟ ਹੀ ਹੁੰਦਾ, ਜੀ ਜਦ ਕਿ ਐਸਾ ਕੁਝ ਵੀ ਨਹੀਂ ਹੁੰਦਾ। ਜਿਹੜਾ ਕੋਈ ਵੀ ਲੈਂਗੁਏਜ ਜਿਹੜਾ ਸੁਚੱਜੇ ਢੰਗ ਨਾਲ ਬੋਲ ਲੈਂਦਾ, ਆਪਣਾ ਮੈਸੇਜ ਪੋਲਾਈਟਲੀ ਕਨਵੇ ਕਰ ਲੈਂਦਾ, ਬਸ ਉਹੀ ਲੈਂਗੁਏਜ ਸਭ ਤੋਂ ਵਧੀਆ ਹੁੰਦੀ ਹੈ, ਉਹੀ ਭਾਸ਼ਾ ਸਭ ਤੋਂ ਵਧੀਆ ਹੁੰਦੀ ਹੈ। ਜਦੋਂ ਤੁਸੀਂ ਆਪਣੇ ਭਾਵ ਨਹੀਂ ਕਿਸੇ ਨਾਲ ਵਿਅਕਤ ਕਰ ਸਕਦੇ, ਜੇ ਤੁਸੀਂ ਲਹਿਜ਼ਾ ਤੁਹਾਡਾ ਠੀਕ ਨਹੀਂ ਹੈ, ਭਾਵੇਂ ਤੁਸੀਂ ਜਿਹੜੀ ਮਰਜ਼ੀ ਬੋਲੀ ਬੋਲੀ ਜਾਓ, ਉਸ ਬੋਲੀ ਦਾ ਇੰਪੈਕਟ ਜਿਹੜਾ ਅਗਲੇ ਬੰਦੇ ਤੇ ਨਹੀਂ ਪੈਂਦਾ। ਔਰ ਦੂਸਰੀ ਗੱਲ, ਅਸੀਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਅਸੀਂ ਵੀ ਦੋਸ਼ੀ ਹੈਗੇ ਹਾਂ। ਅਸੀਂ ਪੰਜਾਬੀ ਨੂੰ ਉਹਨਾਂ ਪ੍ਰਫੁੱਲਿਤ ਨਹੀਂ ਕਰ ਪਾਏ ਜਿੰਨਾ ਅਸੀਂ ਕਰ ਸਕਦੇ ਸੀ। ਕਰਨਾ ਚਾਹੀਦਾ। ਅਸੀਂ ਬਹੁਤ ਮੌਕੇ ਖੁੰਝਾਏ ਹੈ ਕਿ ਅਸੀਂ ਬੱਚਿਆਂ ਨੂੰ ਜਿਸ ਤਰ੍ਹਾਂ ਮੋਟੀਵੇਟ ਕਰਨਾ ਚਾਹੀਦਾ, ਜਿਸ ਤਰ੍ਹਾਂ ਉਹਨਾਂ ਨੂੰ ਅਵੇਅਰ ਕਰਨਾ ਚਾਹੀਦਾ। ਹੁਣ ਤੁਸੀਂ ਦੇਖੋ ਰੀਸੈਂਟਲੀ ਆਈਏਐਸ ਆਫੀਸਰਸ ਵਗੈਰਾ ਪੰਜਾਬੀ ਦੇ ਐਗਜ਼ਾਮ ਦੇ ਕੇ ਹੀ ਬਣੇ ਨੇ। ਜੀ ਜੀ ਜੀ। ਉਹਨਾਂ ਨੂੰ ਇਹ ਚੀਜ਼ ਹੁਣ ਬਾਕੀ ਬੱਚਿਆਂ ਨੂੰ ਦੱਸਣੀ ਪਏਗੀ, ਇਹ ਦੂਜੇ ਸਕੂਲਾਂ ਨੂੰ, ਦੂਸਰੇ ਮਾਪਿਆਂ ਨੂੰ ਦੱਸਣਾ ਪਏਗਾ ਕਿ ਪੰਜਾਬੀ ਜਿਹੜੀ ਹੈ ਉਹਨੂੰ ਪੜ੍ਹ ਕੇ ਤੁਸੀਂ ਆਈਏਐਸ ਆਫੀਸਰ ਵੀ ਬਣ ਸਕਦੇ ਹੋ। ਔਰ ਇਹ ਤਾਂ ਵੱਡੇ ਵੱਡੇ ਵਿਗਿਆਨਿਕ ਵੀ, ਸਾਈਕੋਲੋਜਿਸਟ ਵੀ ਜਿਹੜੇ ਹੈ ਪ੍ਰੂਵ ਕਰ ਚੁੱਕੇ ਹੈ ਕਿ ਜਦੋਂ ਕੋਈ ਬੱਚਾ ਆਪਣੀ ਮਾਤ ਭਾਸ਼ਾ ਦੇ ਵਿੱਚ ਸਿੱਖਿਆ ਗ੍ਰਹਿਣ ਕਰਦਾ ਤੇ ਉਹ ਸਿੱਖਿਆ ਨੂੰ ਪਰਪੱਕ ਤਰੀਕੇ ਨਾਲ ਗ੍ਰਹਿਣ ਕਰਦਾ, ਉਹ ਸਿਰਫ ਰੱਟਾ ਨਹੀਂ ਹੁੰਦਾ। ਜੀ ਜਦਕਿ ਅੱਜ ਅਸੀਂ ਬਿਲਕੁਲ। ਬੱਚਿਆਂ ਨੂੰ ਰੱਟੇ ਲਵਾ ਰਹੇ ਹਾਂ, ਉਹਨਾਂ ਦੀਆਂ ਜੜ੍ਹਾਂ ਮਜ਼ਬੂਤ ਨਹੀਂ ਕਰ ਰਹੇ। ਔਰ ਜਿਨ੍ਹਾਂ ਦੀਆਂ ਜੜ੍ਹਾਂ ਮਜ਼ਬੂਤ ਨਹੀਂ ਹੁੰਦੀਆਂ, ਉਹ ਪੇੜ ਜ਼ਬੂਤੀ ਦੇ ਉਹ ਟਿਕਦੇ ਵੀ ਪਤਾ ਨਹੀਂ ਨਹੀਂ ਕਦੋਂ ਹੁੰਦੇ। ਡਿੱਗੂਗਾ। ਜੀ ਜੀ। ਬਿਲਕੁਲ। ਤੇ ਬੱਚਿਆਂ ਨੂੰ ਮਾਤ ਭਾਸ਼ਾ ਨਾਲ ਜੋੜਨਾ ਸਭ ਤੋਂ ਵੱਡੀ ਚੀਜ਼ ਹੈਗੀ ਹੈ। ਜਿਹਨੇ ਮਾਤ ਭਾਸ਼ਾ ਚੰਗੀ ਤਰ੍ਹਾਂ ਸਿੱਖ ਲਈ ਨਾ, ਜਿਹਨੇ ਪੰਜਾਬੀ ਬੋਲਣੀ ਸਭ ਤੋਂ ਵਧੀਆ ਸਿੱਖ ਲਈ, ਉਹਨੂੰ ਇੰਗਲਿਸ਼ ਜਾਂ ਹਿੰਦੀ ਬੋਲਦਿਆਂ ਦੇਰ ਨਹੀਂ ਲੱਗਣੀ। ਜਿਵੇਂ ਮੈਂ ਤੁਹਾਨੂੰ ਦੱਸਿਆ, ਮੈਂ ਸ਼ੁਰੂ ਤੇ ਕਾਫੀ ਸਾਲ ਸਟਰਗਲ ਕੀਤਾ, ਹਿੰਦੀ ਇੰਗਲਿਸ਼ ਮੈਂ ਨਹੀਂ ਬੋਲ ਸਕਦੀ ਸੀ, ਤੇ ਉਹਨਾਂ ਨੂੰ ਜਲਦੀ ਤੋਂ ਸਿੱਖਣ ਦਾ ਮੇਰਾ ਇੱਕ ਇਹੀ ਰੀਜ਼ਨ ਸੀਗਾ ਕਿ ਮੇਰੀ ਪੰਜਾਬੀ ਤੇ ਕਮਾਂਡ ਅੱਛੀ ਸੀਗੀ, ਪੰਜਾਬੀ 'ਚ ਮੇਰੀਆਂ ਜੜ੍ਹਾਂ ਮਜ਼ਬੂਤ ਸੀਗੀਆਂ, ਜਿਸ ਕਰਕੇ ਮੈਨੂੰ ਇੰਨਾ ਟਾਈਮ ਨਹੀਂ ਲੱਗਿਆ ਕਿ ਮੈਂ ਦੂਜੀਆਂ ਭਾਸ਼ਾ ਸਿੱਖ ਸਕਾਂ। ਠੀਕ ਹੈ ਨਾ। ਇਸ ਤੋਂ ਇਲਾਵਾ ਜੇਕਰ ਅਸੀਂ ਨੌਜਵਾਨੀ ਦੀ ਗੱਲ ਕਰ ਲਈਏ, ਨੌਜਵਾਨ ਮੁੰਡੇ ਕੁੜੀਆਂ ਦੀ ਗੱਲ ਕਰ ਲਈਏ, ਅੱਜ ਕੱਲ੍ਹ ਟ੍ਰੈਂਡ ਵਿੱਚ ਦੇਖਣ ਵਿੱਚ ਇਹ ਆਉਂਦਾ ਕਿ ਉਹ ਪੰਜਾਬੀ ਬੋਲੀ ਨੂੰ ਬੋਲਣ ਦੇ ਲਈ ਉਹ ਆਪਣੀ ਹੱਦ ਤੱਕ ਸਮਝਦੇ ਆ, ਜਾਂ ਉਹਨਾਂ ਨੂੰ ਲੱਗਦਾ ਕਿ ਜੇਕਰ ਮੈਂ ਪੰਜਾਬੀ ਬੋਲਦਾ ਤੇ ਅਗਲਾ ਮੋਹਰਲਾ ਬੰਦਾ ਇਹ ਸਮਝਦਾ ਕਿ ਇਹਨੂੰ ਜਾਂ ਇੰਨਾ ਪੜ੍ਹਿਆ ਲਿਖਿਆ ਨਹੀਂ ਹੈਗਾ, ਵੀ ਪੰਜਾਬੀ ਦੇ ਵਿੱਚ ਉਹਨਾਂ ਨੇ ਦੋ ਤਿੰਨ ਇੰਗਲਿਸ਼ ਦੇ ਅੱਖਰ ਵਿੱਚ ਪਾਉਣੇ ਹੁੰਦੇ ਆ, ਜਾਂ ਕੋਈ ਹੋਰ, ਸਿਰਫ ਆਪਣਾ ਇਹ ਦਿਖਾ ਲੈਣ ਲਈ ਕਿ ਮੈਂ ਇੰਟੈਲੀਜੈਂਟ ਆ। ਇਸ ਦੇ ਵਿੱਚ ਨੌਜਵਾਨੀ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ? ਇਹਦੇ ਪਿੱਛੇ ਦੋ ਰੀਜ਼ਨ ਹੋ ਸਕਦੇ ਆ, ਦੋ ਹੀ ਕਾਰਨ ਹੋ ਸਕਦੇ ਆ। ਇੱਕ ਤਾਂ ਜਾਂ ਤੇ ਤੁਸੀਂ ਉਸ ਖਿੱਤੇ ਤੋਂ ਬਿਲੋਂਗ ਨਹੀਂ ਕਰਦੇ ਜਿੱਥੇ ਆਲਾ ਦੁਆਲਾ ਤੁਹਾਡਾ ਪੰਜਾਬੀ ਦਾ, ਤੇ ਸੁਭਾਵਕ ਹੈ ਇੰਗਲਿਸ਼ ਜਾਂ ਹਿੰਦੀ ਦੇ ਉਸ ਖੇਤਰ ਦੇ ਥੋੜੇ ਬਹੁਤ ਅੱਖਰ ਜਿਹੜੇ ਆ, ਸ਼ਬਦ ਜਿਹੜੇ ਆ ਉਹ ਆ ਜਾਂਦੇ ਆ, ਉਹ ਇੱਕ ਸੁਭਾਵਕ ਗੱਲ ਹੈ ਕਿ ਉਹ ਤੁਸੀਂ ਉਸ ਸਵਾਲ ਜੀ। ਖੇਤਰ ਵਿੱਚ ਨਹੀਂ ਰਹਿ ਰਹੇ। ਬਟ ਸਾਡੀ ਪ੍ਰੋਬਲਮ ਉਦੋਂ ਹੋ ਜਾਂਦੀ ਜਦੋਂ ਅਸੀਂ ਇਹਨੂੰ ਹੱਦ ਤੱਕ ਸਮਝਦੇ ਹਾਂ। ਉਹ ਹੱਦ ਤੱਕ ਸਮਝਣ ਵਾਲਾ ਰੀਜ਼ਨ ਕੀ ਹੈ ਕਿ ਜਦੋਂ ਅਸੀਂ ਕਿਸੇ ਅਹੁਦੇ ਤੇ ਪਹੁੰਚ ਜਾਂਦੇ ਹਾਂ ਨਾ, ਮੇਰੀ ਜਿਵੇਂ ਪੰਜਾਬੀ ਬਹੁਤ ਵਧੀਆ, ਪਰ ਜੀ ਕਿਸੇ ਅਹੁਦੇ ਤੇ ਪਹੁੰਚਣ ਤੋਂ ਬਾਅਦ ਹੀ ਪੰਜਾਬੀ ਫੁਰ ਹੋ ਜਾਂਦੀ ਹੈ, ਗਾਇਬ। ਉਹਨੂੰ ਲੱਗਦਾ ਕਿ ਸ਼ਾਇਦ ਮੇਰਾ ਸਟੇਟਸ ਸਿੰਬਲ ਹੀ ਨਹੀਂ ਹੈ, ਮੈਨੂੰ ਇੰਗਲਿਸ਼ ਹੀ ਬੋਲਣੀ ਹੈ। ਬਟ ਜੀ ਜਦਕਿ ਜੀ ਮੈਂ ਆਪਣੇ ਬੱਚਿਆਂ ਨੂੰ ਵੀ ਕਹਿੰਦੀ ਹਾਂ, ਆਪਣੇ ਚੌਗਿਰਦੇ 'ਚ ਮਿਲਦੇ ਹਰ ਬੰਦੇ ਨੂੰ ਕਹਿੰਦੀ ਹਾਂ, ਜਿੰਨੀਆਂ ਉੱਚੀਆਂ ਪੋਸਟਾਂ ਤੇ ਬੈਠੇ ਹੋ ਉਨੀ ਵੱਧ ਪੰਜਾਬੀ ਬੋਲੋ, ਤਾਂ ਕਿ ਜੀ ਜਿਹੜੇ ਦਿਮਾਗਾਂ ਦੇ ਵਿੱਚ, ਜਿਹੜੇ ਬੰਦਿਆਂ ਦੇ ਵਿੱਚ ਇਹ ਚੀਜ਼ ਘਰ ਕਰ ਗਈ। ਕਿਉਂਕਿ ਅੱਜ ਤੱਕ ਸਾਡੇ ਯੂਥ ਨੇ ਜਿਹੜੀ ਪੰਜਾਬੀ ਸੁਣੀ ਹੈ, ਬਜ਼ੁਰਗਾਂ ਤੋਂ ਸੁਣੀ ਹੈ। ਜੀ। ਮਾਪਿਆਂ ਤੱਕ ਆਂਦੇ ਆਂਦੇ ਪੰਜਾਬੀ ਬਹੁਤ ਘੱਟ ਜਾਂਦੀ ਹੈ, ਯੂਥ ਤੱਕ ਆਂਦੇ ਆਂਦੇ ਪੰਜਾਬੀ ਬਿਲਕੁਲ ਹੀ ਮਾਈਨਰ ਜੀ ਰਹਿ ਜਾਂਦੀ ਹੈ, ਕਿਉਂਕਿ ਬਿਲਕੁਲ। ਬਜ਼ੁਰਗਾਂ ਤੋਂ ਸੁਣੀ ਹੈ, ਇਸ ਕਰਕੇ ਉਹਨਾਂ ਨੂੰ ਗਵਾਰਾਂ ਦੀ ਲੈਂਗੁਏਜ ਲੱਗਦੀ ਹੈ, ਭਾਸ਼ਾ ਹਾਂਜੀ। ਲੱਗਦੀ ਹੈ। ਬਿਲਕੁਲ। ਜਦੋਂ ਪੜ੍ਹੇ ਲਿਖਿਆਂ ਦੇ ਮੂੰਹੋਂ ਪੰਜਾਬੀ ਸੁਣਨਗੇ, ਉਹਨਾਂ ਨੂੰ ਆਪੇ ਪਤਾ ਚੱਲੇਗਾ। ਜਦੋਂ ਅੱਜ ਦੱਸਾਂਗੇ ਆਈਏਐਸ ਆਫੀਸਰ ਜਿਹੜਾ ਕੁਰਸੀ ਤੇ ਬੈਠਾ, ਉਹ ਪੰਜਾਬੀ 'ਚ ਇਮਤਿਹਾਨ ਦੇ ਕੇ ਆਇਆ, ਤੇ ਉਹ ਜੀ ਆਪਣੇ ਆਪ ਸਮਝਣਗੇ ਪੰਜਾਬੀ ਦੀ ਕਦਰ ਨੂੰ। ਇਸ ਕਰਕੇ ਮੈਂ ਸੀਟਾਂ ਤੇ ਬੈਠੇ ਲੋਕਾਂ ਨੂੰ, ਕੁਰਸੀਆਂ ਤੇ ਬੈਠੇ ਲੋਕਾਂ ਨੂੰ ਜ਼ਰੂਰ ਅਪੀਲ ਕਰਦੀ ਹਾਂ ਕਿ ਘੱਟੋ ਘੱਟ ਜੋ ਮਰਜ਼ੀ ਅੰਗਰੇਜ਼ੀ ਜਾਂ ਹਿੰਦੀ ਭਾਸ਼ਾ ਵਰਤੇ, ਕੁਰਸੀ ਤੇ ਬੈਠੇ ਬੰਦੇ ਨੂੰ ਪੰਜਾਬੀ ਜ਼ਰੂਰ ਬੋਲਣੀ ਚਾਹੀਦੀ ਹੈ। ਜੀ ਬਿਲਕੁਲ। ਇਸ ਤੋਂ ਇਲਾਵਾ ਇੱਕ ਔਰਤ ਹੋਣ ਦੇ ਨਾਤੇ ਤੁਸੀਂ ਐਜ਼ ਏ ਹਾਊਸ ਵਾਈਫ ਵੀ ਹੋ, ਉਸ ਤੋਂ ਇਲਾਵਾ ਤੁਸੀਂ ਐਜ਼ ਏ ਕਵਿੱਤਰ ਵੀ ਹੋ। ਇਹਨਾਂ ਦੋਨਾਂ ਦੇ ਵਿੱਚ ਸਮਾਂ ਕੱਢਣਾ, ਬੱਚਿਆਂ ਨੂੰ ਸਮਾਂ ਦੇਣਾ ਔਰ ਪੋਇਟਰੀ ਨੂੰ ਸਮਾਂ ਦੇਣਾ ਜਾਂ ਕਹਾਣੀ ਨੂੰ, ਉਸ ਦੇ ਵਿੱਚ ਕਿੰਨਾ ਕੁ ਫਰਕ ਹੈ?
ਮੈਨੂੰ ਲੱਗਦਾ ਹੈ ਕਿ ਜਦੋਂ ਇੱਕ ਔਰਤ ਮਾਂ ਬਣਦੀ ਹੈ ਨਾ, ਉਹ ਬਹੁਤ ਸੰਵੇਦਨਸ਼ੀਲ ਹੋ ਜਾਂਦੀ ਹੈ। ਵੈਸੇ ਤੇ ਸਾਰੀਆਂ ਹੀ ਹੁੰਦੀਆਂ, ਕੋਈ ਜੀ ਡਾਊਟ ਨਹੀਂ ਹੈ। ਔਰਤ ਦਾ ਹਿਰਦਾ ਪਰਮਾਤਮਾ ਨੇ ਬਹੁਤ ਕੋਮਲ ਸਿਰਜ ਬਣਾਇਆ। ਬਿਲਕੁਲ ਜੀ ਤੇ ਫਿਰ ਵੀ ਮੈਨੂੰ ਲੱਗਦਾ ਹੈ ਕਿ ਜਿਸ ਘੜੀ 'ਚ ਔਰਤ ਮਾਂ ਬਣ ਜਾਂਦੀ ਹੈ ਨਾ, ਉਸ ਤੋਂ ਬਾਅਦ ਉਹ ਬਹੁਤ ਸੰਵੇਦਨਸ਼ੀਲ ਹੋ ਜਾਂਦੀ ਹੈ, ਤੇ ਉਹ ਛੋਟੀ ਛੋਟੀ ਗੱਲਾਂ 'ਚੋਂ ਕਵਿਤਾ ਲੱਭ ਲੈਂਦੀ ਹੈ। ਜਦੋਂ ਰੋਣ ਲਈ ਕੋਈ ਮੋਢਾ ਨਹੀਂ ਮਿਲਦਾ ਨਾ, ਕਲਮ ਆਪੇ ਚੱਲਦੀ ਹੈ। ਫਿਰ ਜੀ ਜਦੋਂ ਜੀ ਦਿਲ ਵਿੱਚ ਕੋਈ ਟੀਸ ਹੁੰਦੀ ਹੈ, ਕਲਮ ਆਪੇ ਚੱਲਦੀ ਹੈ। ਕਿਉਂਕਿ ਮੈਨੂੰ ਲੱਗਦਾ, ਭਾਵੇਂ ਲੋਕ ਕਹਿੰਦੇ ਆ ਔਰਤ ਦੇ ਢਿੱਡ ਵਿੱਚ ਕੋਈ ਗੱਲ ਨਹੀਂ ਪਚਦੀ, ਪਰ ਮੈਨੂੰ ਲੱਗਦਾ ਜਿੰਨਾ ਔਰਤ ਪਚਾ ਲੈਂਦੀ ਹੈ, ਉਹਨਾਂ ਇੱਕ ਆਮ ਮਨੁੱਖ ਤੇ ਵੱਸਦਾ ਨਹੀਂ ਹੈ ਪਚਾਣਾ। ਪਤਾ ਨਹੀਂ ਗ੍ਰਸਤੀ 'ਚ ਰਹਿੰਦੇ ਆ ਕਿੰਨੇ ਸੁੱਖ ਦੁੱਖ ਹੰਢਾਉਂਦੇ ਆ, ਕਿੰਨਾ ਕੁਛ ਆਪਣੇ ਅੰਦਰ ਛੁਪਾ ਲੈਂਦੀ ਹੈ। ਇਹ ਜੀ ਔਰਤ ਦਾ ਦੂਸਰਾ ਪੱਖ ਹੈ। ਤੇ ਜਿਹਨੂੰ ਜਿਹੜੇ ਛੁਪਾ ਲੈਂਦੀ ਹੈ ਨਾ, ਉਹ ਜਦੋਂ ਲਿਖਣਾ ਸ਼ੁਰੂ ਕਰਦੀ ਹੈ, ਤਾਂ ਉਹ ਸਾਰਾ ਦਰਦ ਜਿਹੜਾ, ਸਾਰਾ ਤਣਾਅ ਜਿਹੜਾ, ਉਹ ਕਲਮ 'ਚ ਆ ਜਾਂਦਾ ਹੈ। ਤੇ ਬੈਲੈਂਸ ਕਰਨ ਦੀ ਜੇ ਤੁਸੀਂ ਗੱਲ ਕਰੋ ਨਾ, ਤੇ ਬੈਲੈਂਸ ਕਰਨ ਲਈ ਮੈਂ ਇਹੀ ਕਹਾਂਗੀ ਕਿ ਜਿੱਥੇ ਸ਼ੌਕ ਹੁੰਦੇ ਨੇ, ਕਹਿੰਦੇ ਨਾ ਜਹਾਂ ਚਾਹ ਵਹਾਂ ਰਾਹ, ਬਸ ਇਹ ਵਾਹ ਸ਼ੌਕ ਦੀ ਗੱਲ ਹੁੰਦੀ ਹੈ, ਅੰਦਰਲੀ ਕਿਸੇ ਚਿਣਕ ਦੀ ਗੱਲ ਹੁੰਦੀ ਹੈ। ਜੀ ਨਹੀਂ ਤੇ ਬਿਲਕੁਲ ਨਾ ਲਿਖਣ ਨੂੰ ਆਓ, ਤੇ ਬਹੁਤ ਯੂਥ ਐਸਾ ਵੀ ਹੈ ਜਿਹੜਾ ਸਾਰੇ ਦਿਹਾੜੀ ਕੁਝ ਨਹੀਂ ਕਰਦਾ, ਉਹ ਨਹੀਂ ਲਿਖਦਾ। ਹਾਂਜੀ ਜਿੰਨੇ ਹਾਂਜੀ ਲਿਖਣਾ ਹੈ, ਜਿੰਨੇ ਅੰਦਰ ਚਿਣਕ ਹੁੰਦੀ ਹੈ, ਉਹ ਰੁਝੇਵਿਆਂ ਵਿੱਚ ਵੀ ਆਪਣੇ ਲਈ ਟਾਈਮ ਕੱਢ ਹੀ ਲੈਂਦਾ। ਬਿਲਕੁਲ ਇਹ ਤੁਹਾਡੀ ਗੱਲ 100 ਆਨੇ ਆਪਾਂ ਕਹਿ ਸਕਦੇ ਵੀ ਠੀਕ ਆ। ਤੇ ਇਸ ਤੋਂ ਇਲਾਵਾ ਜਿਵੇਂ ਪੰਜਾਬ ਦੀਆਂ ਜਿਹੜੀਆਂ ਸਭਾਵਾਂ ਹੈਗੀਆਂ, ਪੰਜਾਬੀ ਸਾਹਿਤ ਅਕਾਦਮੀਆਂ ਹੈਗੀਆਂ, ਹੋਰ ਵੀ ਬਹੁਤ ਸਾਰੇ ਇਹ ਗਰੁੱਪ ਹੈਗੇ ਆ, ਪਰ ਉਹਨਾਂ ਵਿੱਚ ਦੇਖਣ ਵਿੱਚ ਆਉਂਦਾ ਕਿ ਜਿਹੜੇ ਆਪਣਿਆਂ ਨੂੰ ਵੱਡੇ ਕਵੀ ਸਮਝਦੇ ਆ, ਵੱਡੇ ਲੇਖਕ ਸਮਝਦੇ ਆ, ਉਹ ਛੋਟਿਆਂ ਨੂੰ ਇਗਨੋਰ ਕਰਦੇ ਆ, ਔਰ ਅਹੁਦਿਆਂ ਦੀ ਦੌੜ ਜਿਹੜੀ ਲੱਗੀ ਹੋਈ ਆ, ਇਸ ਦੇ ਕਰਕੇ ਵੀ ਪੰਜਾਬੀ ਸਾਹਿਤ ਪ੍ਰਮੋਟ ਹੋਣ ਤੋਂ ਥੋੜਾ ਜਿਹਾ ਪਿੱਛੇ ਰਹਿ ਜਾਂਦਾ ਹੈਗਾ। ਇਹ ਉਹਨਾਂ ਨੂੰ ਕੀ ਤੁਸੀਂ ਕਹਿਣਾ ਚਾਹੁੰਦੇ ਹੋ? ਮੈਂ ਬਸ ਇਹੀ ਕਹਾਂਗੀ, ਸਚਿਨ ਨੂੰ ਨਾ, ਤੁਸੀਂ ਸਚਿਨ ਤੇਂਦੁਲਕਰ ਦਾ ਨਾਂ ਸੁਣਿਆ ਹੋਏਗਾ, ਜੀ ਤੇ ਜੀ ਉਹਨੂੰ ਨਾ ਉਹਦੇ ਕਿਸੇ ਕੋਚ ਨੇ ਇੱਕ ਵਾਰੀ ਕਿਹਾ ਸੀ ਕਿ ਤੂੰ ਨਹੀਂ ਬੋਲਣਾ। ਉਹ ਵੀ ਐਵੇਂ ਕਹਿੰਦਾ ਸੀ ਕਿ ਪਾਰਸ਼ੈਲਿਟੀ ਹੁੰਦੀ ਹੈ, ਹੁੰਦਾ, ਤੇ ਉਹਦੇ ਕੋਚ ਨੇ ਕਿਹਾ ਸੀ ਤੂੰ ਨਾ ਬੋਲ, ਤੇਰਾ ਬੱਲਾ ਬੋਲੇਗਾ। ਬੱਲਾ ਤੇ ਬੱਲਾ ਉਹੀ ਚੀਜ਼ ਮੈਂ ਕਹਿੰਦੀ ਹਾਂ, ਜੇ ਜਿੰਨੀਆਂ ਮਰਜ਼ੀ ਫਿਰਕਾ ਪ੍ਰਸਤੀ ਹੁੰਦੀ ਰਹੇ, ਜਿੰਨੇ ਮਰਜ਼ੀ ਇਹ ਭਾਈ ਭਤੀਜਾਵਾਦ ਚੱਲਦਾ ਰਹੇ, ਪਰ ਜਿਹਦੀ ਕਲਮ ਵਿੱਚ ਤਾਕਤ ਹੈਗੀ ਹੈ, ਉਹਨੇ ਕਿਤੇ ਨਾ ਕਿਤੇ ਰੰਗ ਦਿਖਾਈ ਜਾਣਾ। ਤੇ ਬਸ ਆਪਣੀ ਕਲਮ ਤੇ ਫੋਕਸ ਕਰੋ। ਇਨਾਮ ਕੁਛ ਨਹੀਂ ਹੈ, ਇਨਾਮ ਸਿਰਫ 4 ਬੰਦਿਆਂ ਵਿੱਚ ਵੱਜਣ ਵਾਲੀਆਂ ਤਾੜੀਆਂ ਨੇ, ਇਸ ਤੋਂ ਜੀ ਵੱਧ ਕੁਛ ਵੀ ਨਹੀਂ। ਜਿਸ ਕਿਤਾਬ ਨੇ ਲੋਕਾਂ ਦੇ ਮਨਾਂ ਵਿੱਚ ਅਸਰ ਕਰਨਾ, ਉਹਨੇ ਕਰ ਹੀ ਜਾਣਾ, ਭਾਵੇਂ ਕੋਈ ਇਨਾਮ ਮਿਲੇ ਭਾਵੇਂ ਨਾ ਮਿਲੇ। ਤੇ ਮੈਂ ਹਰ ਰਾਈਟਰ ਨੂੰ ਇਹੀ ਕਹਾਂਗੀ ਕਿ ਤੁਸੀਂ ਬਸ ਲਿਖਦੇ ਚਲੇ ਜਾਓ, ਆਪਣੀ ਕਲਮ ਤੇ ਫੋਕਸ ਕਰੋ। ਇਹ ਇਨਾਮ ਇੱਕ ਕੁਛ ਵੀ ਨਹੀਂ ਹੈਗੀ ਹੈ, ਜਿਹੜੀ ਧੜੇਬਾਜ਼ੀਆਂ, ਇਹ ਕੁਝ ਵੀ ਨਹੀਂ ਹੈਗੀਆਂ। ਬਸ ਜੀ ਤੂੰ ਜਿਨ੍ਹਾਂ ਨੇ ਲੋਕਾਂ ਦੇ ਮਨਾਂ 'ਚ ਰਾਜ ਕਰਨਾ, ਉਹਨਾਂ ਨੇ ਕਰ ਹੀ ਲੈਣਾ। ਤੇ ਮੈਂ ਕਰ ਹੀ ਬਸ ਲੈਣਾ ਆਪਣੀ ਕਲਮ ਨੂੰ ਸਿਜਦਾ ਕਰੋ, ਆਪਣੀ ਕਲਮ ਜੀ ਨਾਲ ਹੀ ਪਿਆਰ ਪਾਓ ਬਸ। ਬਿਲਕੁਲ। ਇਹ ਉਸ ਤੋਂ ਇਲਾਵਾ ਇੱਕ ਹੋਰ ਆਪਾਂ ਕਹਿ ਸਕਦੇ ਕਿ ਤੁਸੀਂ ਐਜ਼ ਏ ਪੰਜਾਬੀ ਲੇਖਕਾ, ਐਜ਼ ਏ ਕਵਿੱਤਰੀ, ਬਹੁਤ ਕੁਝ ਪੰਜਾਬੀ ਸਾਹਿਤ ਲਈ ਲਿਖਿਆ। ਹੁਣ ਤੱਕ ਕੁਛ ਏਦਾਂ ਦਾ ਕੋਈ ਅਵਾਰਡ ਜਾਂ ਕੋਈ ਸਨਮਾਨ ਜਿਹੜਾ ਤੁਹਾਨੂੰ ਯਾਦ ਹੋਵੇ, ਔਰ ਤੁਹਾਨੂੰ ਲੱਗਦਾ ਹੋਵੇ ਬਹੁਤ ਚੰਗਾ ਲੱਗਾ ਤੁਹਾਨੂੰ? ਐਕਚੁਅਲੀ ਮੈਨੂੰ ਨਾ ਸ਼ੁਰੂ ਤੋਂ ਹੀ ਇਨਾਮ ਮਿਲਦੇ ਰਹੇ ਆ, ਤੇ ਇਨਾਮ ਮਿਲਣਾ ਮੇਰੇ ਲਈ ਸੱਚੀ ਕੋਈ ਵੱਡੀ ਗੱਲ ਨਹੀਂ ਹੈਗੀ। ਜੀ ਕਿਉਂਕਿ ਮੈਂ ਜਿੰਨੇ ਕਾਲਜ ਔਰ ਯੂਨੀਵਰਸਿਟੀ ਲੈਵਲ ਤੇ ਕੰਮ ਕੀਤਾ, ਜਿੰਨਾ ਵੀ ਮੈਨੂੰ ਕੀਤਾ, ਮੈਨੂੰ ਹਰ ਐਕਟੀਵਿਟੀ, ਹਰ ਫੀਲਡ ਵਿੱਚ ਇਨਾਮ ਮਿਲਿਆ। ਇੱਥੋਂ ਤੱਕ ਕਿ ਮੈਂ ਤੁਹਾਨੂੰ ਦੱਸਾਂ, ਮੈਨੂੰ ਕਾਲਜ ਛੱਡੇ ਅੱਜ 12-13 ਸਾਲ ਹੋ ਗਏ, ਪਰ ਜੀ ਅੱਜ ਵੀ ਜਦੋਂ ਮੈਂ ਆਪਣੇ ਕਾਲਜ ਆਉਂਦੀ ਹਾਂ, ਮਾਤਾ ਸੁੰਦਰੀ ਕਾਲਜ, ਉੱਥੇ ਆਨਰ ਬੋਰਡ ਤੇ ਅਜੇ ਵੀ ਮੇਰਾ ਨਾਂ ਲਿਖਿਆ ਹੋਇਆ, ਜਿਹਨੂੰ ਦੇਖ ਕੇ ਮੈਂ ਬਹੁਤ ਖੁਸ਼ ਹੁੰਦੀ ਹਾਂ। ਮੈਂ ਆਪਣੇ ਬੇਟੇ ਨੂੰ ਜਾ ਕੇ ਨਾਂ ਦਿਖਾਇਆ, ਤੇ ਜੀ ਮੈਨੂੰ ਨਾ ਪਤਾ ਕੀ ਲੱਗਦਾ, ਮੈਨੂੰ ਲੱਗਦਾ ਇਨਾਮ ਕੁਛ ਵੀ ਨਹੀਂ ਹੁੰਦੇ, ਤੁਹਾਡਾ ਅੰਦਰਲੀ ਤਸੱਲੀ ਹੀ ਸਭ ਤੋਂ ਵੱਡਾ ਇਨਾਮ ਹੁੰਦੀ ਹੈ। ਜੀ ਤੇ ਬਸ ਬਿਲਕੁਲ ਜਦੋਂ ਮੈਨੂੰ ਕੋਈ ਇੱਕ ਕਾਲ ਆ ਜਾਏ, ਸਰਨਜੀਤ ਜੀ ਤੁਹਾਡਾ ਲੇਖ ਪੜਿਆ, ਬਹੁਤ ਵਧੀਆ ਲੱਗਿਆ, ਮੈਨੂੰ ਲੱਗਦਾ ਇਸ ਤੋਂ ਵਧੀਆ ਇਨਾਮ ਹੀ ਕੋਈ ਨਾਮ ਨਹੀਂ ਹੈ। ਕੋਈ ਹੋਰ ਨਹੀਂ ਗਾ। ਹਾਂਜੀ, ਜਦੋਂ ਅਖਬਾਰਾਂ ਦੇ ਵਿੱਚ ਲੇਖ ਪੜ੍ਹ ਕੇ, ਕਵਿਤਾਵਾਂ ਪੜ੍ਹ ਕੇ ਜਿਹੜੇ ਫੋਨ ਆਉਂਦੇ ਆ ਪਾਠਕਾਂ ਦੇ, ਬਸ ਉਹ ਜੀ ਮੇਰੇ ਲਈ ਸਭ ਤੋਂ ਵੱਡਾ ਇਨਾਮ ਹੈ। ਠੀਕ ਹੈ। ਸਰਨਜੀਤ ਜੀ, ਤੁਸੀਂ ਸਾਡੇ ਨਾਲ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢਿਆ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਬਹੁਤ ਹੀ ਪਿਆਰੀਆਂ ਤੇ ਚੰਗੀਆਂ ਗੱਲਾਂ ਕੀਤੀਆਂ ਪੰਜਾਬੀ ਸਾਹਿਤ ਨੂੰ ਪ੍ਰਮੋਟ ਕਰਨ ਦੇ ਲਈ। ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਸਤਿ ਸ਼੍ਰੀ ਅਕਾਲ। ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਮੈਨੂੰ ਆਪਣੇ ਦਰਸ਼ਕਾਂ ਦੇ ਰੂਬਰੂ ਕਰਾਇਆ ਔਰ ਮੈਨੂੰ ਗੱਲਬਾਤ ਕਰਨ ਦਾ ਮੌਕਾ ਦਿੱਤਾ। ਸ਼ੁਕਰੀਆ, ਬਹੁਤ ਬਹੁਤ ਥੈਂਕ